ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਖਬਰਾਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਇਹ ਖਾਸ ਖਬਰਾਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ, ਕੁਝ ਮੁੱਦਿਆਂ ਦੇ ਉੱਤੇ ਸਾਂਝ ਪਾਉਣੀ ਆ। BC ਲਿਬਰਲ ਪਾਰਟੀ ਦਾ ਨਾਮ ਬਦਲ ਰਿਹਾ, ਕੀ ਹੋ ਰਿਹਾ BC ਲਿਬਰਲ ਪਾਰਟੀ ਵਿੱਚ ਗੱਲਬਾਤ ਕਰਾਂਗੇ। ਅੱਜ ਸਵੇਰੇ ਵੈਨਕੂਵਰ ਮੈਟਰੋ ਵੈਨਕੂਵਰ ਦੇ ਵਿੱਚ ਬਹੁਤ ਸਾਰੇ ਜਿਹੜੇ ਰੋਡ ਸੀਗੇ ਉੱਥੇ ਟ੍ਰੈਫਿਕ ਰੋਕਿਆ ਰਿਹਾ। ਕੀ ਕਾਰਨ ਸੀ, ਕੌਣ ਆ ਜਿਹੜਾ ਧਰਨੇ ਮੁਜ਼ਾਹਰੇ ਕਰ ਰਿਹਾ ਇੱਥੇ। ਇੱਕ ਨਵੀਂ ਖਬਰ ਆ ਰਹੀ ਆ ਕਿ ਜਿਹੜੇ ਬਾਵਜੂਦ ਬਹੁਤ ਜ਼ਿਆਦਾ ਸਖਤ ਫਾਈਨ ਦੇ ਲੋਕ ਕਾਰ ਚਲਾਉਂਦੇ ਵੇਲੇ ਆਪਣੇ ਫੋਨ ਦੀ ਵਰਤੋਂ ਕਰਨੋਂ ਹਟ ਨਹੀਂ ਰਹੇ। ਇੱਕ ਅਜੀਬ ਜੀ ਖਬਰ, 48 ਸਾਲਾਂ ਬਾਅਦ ਇੱਕ ਵਿਅਕਤੀ ਨੇ ਲਾਇਬ੍ਰੇਰੀ ਦੀ ਕਿਤਾਬ ਵਾਪਸ ਕੀਤੀ ਹੈ। ਵਿਅਕਤੀ ਕੌਣ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਵੱਧਦੇ ਹੋਏ ਵਿਆਜ ਬਾਰੇ ਗੱਲਬਾਤ ਕਰਾਂਗੇ, ਕੀ ਮੁਸ਼ਕਲਾਂ ਇਸ ਵੇਲੇ ਵੱਧ ਰਹੀਆਂ। ਕਿਊਬੈਕ ਦੇ ਵਿੱਚ ਫ੍ਰੈਂਚ ਭਾਸ਼ਾ ਦਾ ਮੁੱਦਾ ਗਰਮਾਇਆ, ਕੀ ਮਾਮਲਾ ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਗੈਸ ਦੀਆਂ ਵੱਧਦੀਆਂ ਕੀਮਤਾਂ ਕਾਰਨ ਲੋਕ ਘਰੋਂ ਕੰਮ ਕਰਨ ਨੂੰ ਤਰਜੀਹ ਦੇਣ ਲੱਗ ਪਏ ਆ। ਇਹਦੇ ਬਾਰੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ। ਸਭ ਤੋਂ ਪਹਿਲੀ ਖਬਰ ਜਿਹੜੀ BC ਲਿਬਰਲ ਪਾਰਟੀ ਬਾਰੇ। BC ਲਿਬਰਲ ਪਾਰਟੀ ਦੇ ਜਿਹੜੇ ਲੀਡਰ ਨੇ ਕੈਵਨ ਫਾਲਕਨ, ਉਹ ਦੇਖ ਰਹੇ ਆ ਅਗਲੇ ਇਲੈਕਸ਼ਨ ਵੱਲ 2024 ਦੇ ਵਿੱਚ। ਤੁਹਾਨੂੰ ਪਤਾ ਪਿਛਲੀ ਇਲੈਕਸ਼ਨ ਦੇ ਵਿੱਚ ਲਗਾਤਾਰ NDP ਬਹੁਤ ਵਧੀਆ ਪਰਫਾਰਮ ਕਰਦੀ ਆ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੇ NDP ਦੇ ਪਲੇਟਫਾਰਮ ਨੂੰ ਦੇਖ ਕੇ ਭਰਪੂਰ ਸਮਰਥਨ ਦਿੱਤਾ, ਉਹਨਾਂ ਨੇ ਆਪਣੇ ਵਾਅਦੇ ਪੂਰੇ ਕੀਤੇ। ਅਤੇ ਇਹ ਸਾਰੇ ਕੁਛ ਦੇ ਵਿੱਚ ਜਿਹੜੀ BC ਲਿਬਰਲ ਪਾਰਟੀ ਆ, ਇਹਦੀ ਲੀਡਰਸ਼ਿਪ, ਇਹਦੀ ਆਪਸ ਦੇ ਵਿੱਚ ਪਾਰਟੀ ਦੇ ਵਿੱਚ ਅੰਦਰ ਆਪਸੀ ਫੁੱਟ, ਲੀਡਰਸ਼ਿਪ ਤੋਂ ਪਾਸੇ ਹੋਣਾ। ਅਤੇ ਫਿਰ ਆਖਰਕਾਰ ਹੁਣ ਕੈਵਨ ਫਾਲਕਨ ਜਿਹੜੇ ਕਿ ਪੁਰਾਣੇ ਰਾਜਨੀਤੀ ਨੇ, ਪੋਲੀਟੀਸ਼ੀਅਨ ਨੇ, ਉਹਨਾਂ ਨੇ ਕਮਾਂਡ ਸੰਭਾਲੀ ਆ BC ਲਿਬਰਲ ਪਾਰਟੀ ਦੀ। ਅਤੇ ਹੁਣ ਸਿੱਧਾ ਉਹ NDP ਅਤੇ ਪ੍ਰੀਮੀਅਰ ਜੌਨ ਹੌਰਗਨ ਦੇ ਉੱਤੇ ਗੱਲਬਾਤ ਕਰ ਰਹੇ ਆ, ਜਾਂ ਉਹਨਾਂ ਨੂੰ ਕਹਿ ਰਹੇ ਆ ਕਿ ਇਹਨਾਂ ਨੇ ਜੋ ਕੁਛ ਨਹੀਂ ਕੀਤਾ ਸੀ ਉਹਨਾਂ ਮੁੱਦਿਆਂ ਨੂੰ ਲੈ ਕੇ 2024 ਦੀ ਇਲੈਕਸ਼ਨ ਲੜ ਰਹੇ ਆ। ਐਤਵਾਰ ਨੂੰ ਕੀਨੋਟ ਐਡਰੈਸ ਉਹਨਾਂ ਨੇ ਦਿੱਤਾ। 2022 ਦੀ BC ਲਿਬਰਲ ਪਾਰਟੀ ਕਨਵੈਨਸ਼ਨ ਪਟਿੰਗਟਨ ਦੇ ਵਿੱਚ ਹੋਈ ਆ। 800 ਦੇ ਕਰੀਬ ਡੈਲੀਗੇਟ ਉੱਥੇ ਪਹੁੰਚੇ ਸੀ। BC ਲਿਬਰਲ ਪਾਰਟੀ ਨੇ ਇਕੱਠੀ ਹੋ ਕੇ ਸੋਚਿਆ, ਗੱਲਾਂ ਬਾਤਾਂ ਕੀਤੀਆਂ ਆਪਸ ਦੇ ਵਿੱਚ ਕਿ ਮਾਮਲਾ ਕਿੱਥੇ ਲੈਕ ਕਰਦਾ ਆ, ਕਿਉਂ ਪਿਛਲੇ ਸਮੇਂ ਦੇ ਵਿੱਚ ਜੋ ਉਹ ਚੰਗਾ ਪਰਫਾਰਮ ਨਹੀਂ ਕਰ ਸਕੇ, ਲੋਕਾਂ ਦਾ ਸਮਰਥਨ ਕਈ ਮਿਲਿਆ। ਇਸ ਵੇਲੇ 800 ਡੈਲੀਗੇਟ ਉੱਥੇ ਇਕੱਠੇ ਹੋ ਕੇ ਉਹਨਾਂ ਨੇ ਸਟ੍ਰੈਟਜੀ ਬਣਾਈ ਆ, ਉਹਦੇ 'ਤੇ ਗੱਲ ਕੀਤੀ ਆ। ਅਗਲੀਆਂ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਜਿਹੜੀਆਂ 2024 ਦੀ ਫਾਲ ਦੇ ਵਿੱਚ ਹੋਣੀਆਂ ਤੈਅ ਨੇ, ਉਸ ਵੇਲੇ ਤੱਕ ਕੀ BC ਲਿਬਰਲ ਪਾਰਟੀ ਉੱਠ ਕੇ ਖੜੀ ਹੋ ਸਕਦੀ ਆ, ਕੀ ਇਹਦਾ ਅਕਸ ਸੁਧਰ ਸਕਦਾ ਆ, ਇਹ ਇੱਕ ਬਹੁਤ ਵੱਡਾ ਸਵਾਲ ਆ। ਅਤੇ ਦੂਜੀ ਗੱਲ, BC ਲਿਬਰਲ ਪਾਰਟੀ ਆਪਣਾ ਨਾਮ ਬਦਲਣ ਬਾਰੇ ਸੋਚ ਰਹੀ ਆ। ਪਿਛਲੇ ਸਮੇਂ ਦੇ ਵਿੱਚ ਇਹ ਗੱਲਾਂ ਬਾਤਾਂ ਸਾਹਮਣੇ ਆਈਆਂ ਸੀ ਕਿ ਇਹਦਾ ਨਾਂ ਜਿਹੜਾ BC ਲਿਬਰਲ ਪਾਰਟੀ ਹੈ, ਇਹਦਾ ਨਾਮ ਬਦਲ ਕੇ ਇਹੋ ਜਿਹਾ ਕੁਛ ਨਾਂ ਰੱਖ ਦਿੱਤਾ ਜਾਵੇ ਜਿਹੜਾ ਸਾਰੇ ਸਪੋਰਟਰ ਜਾਂ ਵੋਟਰਸ ਦੀ ਜਿਹੜੀਆਂ ਵੈਲਿਊਜ਼ ਨੇ ਉਹਨਾਂ ਨੂੰ ਰਿਪਰਜੈਂਟ ਕਰਦਾ ਹੋਵੇ। ਜਿਹੜੇ ਮੁੱਖ ਮੁੱਦਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਕੈਵਨ ਫਾਲਕਨ ਹੋਣਾ ਨੇ। ਕੈਵਨ ਫਾਲਕਨ, ਤੁਸੀਂ ਪਤਾ, ਆਪਾਂ ਪਿੱਛੇ ਜੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ। ਪਾਰਟੀ ਲੀਡਰਸ਼ਿਪ ਰੇਸ ਇਸ ਸਾਲ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਜਿੱਤੀ ਸੀਗੀ, ਅਤੇ ਉਹਨੂੰ ਪਾਰਟੀ ਨੂੰ ਰੀਬਿਲਡ ਕਰਨ ਦੇ ਲਈ ਉਹ ਅੱਗੇ ਆਏ ਆ। ਅਤੇ ਸਿੱਧਾ ਉਹਨਾਂ ਨੇ ਇਹਦਾ ਨਾਂ ਬਦਲਣ ਦੀ ਗੱਲਬਾਤ ਵੀ ਕੀਤੀ ਆ। ਵੈਨਕੂਵਰ ਦੇ ਵਿੱਚ ਜਦੋਂ ਜਿੱਤੇ ਸੀਗੇ, 30 ਅਪ੍ਰੈਲ ਨੂੰ ਇਲੈਕਸ਼ਨ ਹੋਈ ਸੀ। NDP ਦੇ ਜਿਹੜਾ ਕੈਂਡੀਡੇਟ ਸੀ ਉਹਨਾਂ ਨੂੰ 4000 ਵੋਟ ਦੇ ਨਾਲ ਹਰਾਇਆ ਸੀ। NDP ਸਰਕਾਰ ਦੀ ਜਿਹੜੀ ਮੁੱਦਿਆਂ ਦੇ ਉੱਤੇ ਜਿਹਦੇ ਉੱਤੇ ਉਹਨਾਂ ਨੇ ਹੁਣ ਤੋਂ ਹੀ ਕੈਂਪੇਨਿੰਗ ਕਰਨੀ ਸ਼ੁਰੂ ਕਰ ਦਿੱਤੀ, ਇੱਕ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਆ, ਉਹ ਇਹ ਆ ਕਿ ਡਾਕਟਰ ਸ਼ਾਰਟੇਜ ਆ BC ਦੇ ਵਿੱਚ। ਬਾਵਜੂਦ ਸਾਰੀਆਂ ਗੱਲਾਂ ਬਾਤਾਂ ਦੇ NDP ਗਵਰਨਮੈਂਟ ਹਜੇ ਤੱਕ ਉਹ ਡਾਕਟਰ ਸ਼ਾਰਟੇਜ ਨੂੰ ਐਡਰੈਸ ਨਹੀਂ ਕਰ ਸਕੀ। ਮਿਲੀਅਨ ਦੇ ਕਰੀਬ ਲੋਕ ਆ ਇੱਥੇ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਹੀ ਹੈ ਨਹੀਂ, ਉਹਦੇ ਲਈ ਕੌਣ ਜ਼ਿੰਮੇਵਾਰ ਆ। ਅਤੇ ਸਾਲ ਵੀ ਥੋੜ੍ਹੇ ਨਹੀਂ ਹੋ ਗਏ NDP ਨੂੰ ਕੰਮ ਕਰਦੀ ਨੂੰ, ਅੱਧੇ ਦਹਾਕੇ ਦੇ ਕਰੀਬ ਹੋ ਗਿਆ। ਅਤੇ ਇਹਨਾਂ ਨੂੰ ਇਸ ਮੁੱਦੇ ਦੇ ਉੱਤੇ ਕੁਛ ਨਾ ਕੁਛ ਕਰਨਾ ਚਾਹੀਦਾ, ਇਹ ਗੱਲ ਕੈਵਨ ਫਾਲਕਨ ਕਹਿ ਰਹੇ ਆ। ਦੂਜਾ ਇਹ ਕਹਿ ਰਿਹਾ ਕਿ ਅਫੋਰਡੇਬਲ ਹਾਊਸਿੰਗ ਹੈ ਨਹੀਂ। ਅਫੋਰਡੇਬਲ ਹਾਊਸਿੰਗ ਲਗਾਤਾਰ ਵੱਡੀ ਸਮੱਸਿਆ ਬਣਦੀ ਆ ਰਹੀ ਹੈ। ਲੋਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੋਚ ਰਹੇ ਆ ਕਿ ਅਗਲਾ ਘਰ ਲੈਣਾ ਅਤੇ ਕਿੱਥੇ ਲੈਣਾ, ਪਹਿਲੀਆਂ ਕੀਮਤਾਂ ਇੰਨੀਆਂ ਉੱਤੇ ਜਾ ਰਹੀਆਂ। ਜਿਹੜੀ ਐਜੂਕੇਸ਼ਨ ਦੀ ਫੰਡਿੰਗ ਆ, ਉਹਦੇ ਬਾਰੇ ਕੀ ਹੋ ਰਿਹਾ, ਜਾਂ ਜਿਹੜਾ 799 ਮਿਲੀਅਨ ਡਾਲਰ ਦਾ ਮਿਊਜ਼ੀਅਮ ਦਾ ਪ੍ਰੋਜੈਕਟ ਸੀ, ਉਹਦੇ ਬਾਰੇ। ਅਤੇ ਸਭ ਤੋਂ ਵੱਡੀ ਗੱਲ, ਜਿਹੜਾ ਓਵਰਡੋਜ਼ ਕ੍ਰਾਈਸਿਸ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹ ਖ਼ਤਮ ਨਹੀਂ ਹੋ ਰਿਹਾ। ਇਹਨਾਂ ਮੁੱਖ ਮੁੱਦਿਆਂ ਨੂੰ ਲੈ ਕੇ BC ਲਿਬਰਲ ਪਾਰਟੀ ਦੇ 800 ਡੈਲੀਗੇਟ ਪਟਿੰਗਟਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਕੱਠੇ ਹੋਏ ਆ। ਐਤਵਾਰ ਨੂੰ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਜਿਹੜੇ ਉਹਨਾਂ ਦੇ ਬੜੇ ਕਾਬਲ ਲੀਡਰ ਮੰਨੇ ਜਾ ਰਹੇ ਆ, ਕੈਵਨ ਫਾਲਕਨ, ਜਿਨ੍ਹਾਂ ਕੋਲੋਂ ਲੋਕ ਦੇਖ ਰਹੇ ਆ ਇਸ ਤਰੀਕੇ ਨਾਲ ਕਿ NDP ਨੂੰ ਟੱਕਰ ਦੇਣ ਦੇ ਲਈ ਜੇ ਕੋਈ ਲੀਡਰ ਹੈ ਤਾਂ ਉਹ ਕੈਵਨ ਫਾਲਕਨ ਆ। ਅਤੇ ਉਹ ਇਸ ਵੇਲੇ ਜਿਹੜੀ ਓਵਰਡੋਜ਼ ਡੈਥਸ ਆ, ਉਹਨਾਂ ਨੇ ਕਿਹਾ ਕਿ ਜਿੰਨੀਆਂ ਜ਼ਿਆਦਾ ਵੱਧ ਰਹੀਆਂ ਪਿਛਲੇ ਸਮੇਂ ਦੇ ਵਿੱਚ, ਲਗਾਤਾਰ ਓਵਰਡੋਜ਼ ਡੈਥਸ ਹੋ ਰਹੀਆਂ ਅਤੇ ਇਹਦਾ ਹੱਲ ਕੋਈ ਨਹੀਂ ਹੋ ਰਿਹਾ, ਅਤੇ ਇਹ ਰੈਕਡ ਇਨਕਰੀਜ਼ ਹੋ ਰਹੀਆਂ। ਔਰ ਦੂਜੀ ਗੱਲ ਆ ਕਿ 24 ਘੰਟੇ 7 ਦਿਨ ਉਹ ਕਹਿੰਦੇ ਜਿਹੜੀ ਮੈਂਟਲ ਹੈਲਥ ਚੈਲੰਜਸ ਹੈਗੇ ਆ, ਸਾਨੂੰ ਹੈਲਪ ਚਾਹੀਦੀ ਹੈ ਉਹਦੇ ਲਈ, ਉਹ ਕਿਤੇ ਨਹੀਂ ਹੈ। NDP ਨੂੰ ਉਹ ਕਹਿੰਦੇ ਜਿਹੜੇ ਚੈਲੰਜਸ ਹੈਗੇ ਆ ਹੈਲਥ ਕੇਅਰ ਸਿਸਟਮ ਦੇ, ਉਹਨਾਂ ਨੇ ਕੁਛ ਨਹੀਂ ਕੀਤਾ।
ਤੇ ਇਹ ਹੈਲਥ ਕੇਅਰ ਸਿਸਟਮ ਦੇ ਜਿਹੜੇ ਚੈਲੰਜਸ ਨੇ ਇਹਨੂੰ ਉਹ ਅੱਗੇ ਰੱਖ ਕੇ ਅੱਗੇ ਚੱਲਣਗੇ। ਜਿਹੜੀ ਪ੍ਰੋਬਲਮ ਉਹ ਕਹਿੰਦੇ ਇਹ ਆ ਕਿ ਇਹਨਾਂ ਦੇ ਕੋਲ ਕੋਈ ਵੀ ਕ੍ਰੈਡੀਬਲ ਪਲਾਨ ਨਹੀਂ ਆ ਇਸ ਚੀਜ਼ ਨੂੰ ਠੀਕ ਠਾਕ ਕਰਨ ਦੇ ਲਈ, ਜਾਂ ਜਿਹੜਾ ਸਾਰਾ ਹੈਲਥ ਕੇਅਰ ਸਿਸਟਮ ਆ ਉਹ ਜਿਹੜਾ ਇਸ ਵੇਲੇ ਡਗਮਗਾ ਰਿਹਾ ਉਹਨੂੰ ਕਰਨ ਦੇ ਲਈ। ਉਹ ਕਹਿੰਦੇ ਅਸੀਂ ਅਗਲੀ ਇਲੈਕਸ਼ਨ ਜਿੱਤਾਂਗੇ ਕਿਉਂਕਿ ਅਸੀਂ ਰੀਅਲ ਮੀਨਿੰਗਫੁਲ ਕੰਕਰੀਟ ਸੋਲਿਊਸ਼ਨ ਇਹਨਾਂ ਪ੍ਰੋਬਲਮਸ ਦੇ ਦੇਵਾਂਗੇ। ਤੇ ਸੈਟਰਡੇ ਨੂੰ ਜਿਹੜੇ BC ਲਿਬਰਲ ਡੈਲੀਗੇਟਸ ਹੈਗੇ ਆ ਉਹਨਾਂ ਨੇ ਨੇਮ ਚੇਂਜ ਦੇ ਲਈ ਵੋਟ ਵੀ ਕੀਤਾ ਆ। ਜਲਦੀ ਉਹ ਕਹਿੰਦੇ ਅਸੀਂ ਇੱਕ ਵਾਈਡਰ ਜਿਹੜੀ ਕੰਸਲਟੇਸ਼ਨ ਹੈ ਇਸ ਮਾਮਲੇ ਦੇ ਵਿੱਚ ਸ਼ੁਰੂ ਕਰ ਦੇਣੀ ਹੈ ਕਿ BC ਲਿਬਰਲ ਪਾਰਟੀ ਦਾ ਕੀ ਨਾਂ ਹੋਵੇ, ਤੇ ਇਸ ਸਾਲ ਦੇ ਅੰਤ ਤੱਕ ਉਹ ਨਾਂ ਵੀ ਅੱਗੇ ਆ ਜਾਊਗਾ ਤੇ ਉਹ ਨਾਂ ਜਿਹੜਾ ਸਾਰੀ ਪਾਰਟੀ ਦੀ ਮੈਂਬਰਸ਼ਿਪ ਦੀਆਂ ਵੈਲਿਊਜ਼ ਨੂੰ ਰਿਪਰੈਜ਼ੈਂਟ ਕਰੂਗਾ। ਇਹ ਨਾ ਦੂਜਾ ਜਿਹੜਾ ਉਹ ਕਹਿੰਦੇ ਕਿਉਂਕਿ ਪਾਰਟੀ ਮੈਂਬਰਸ ਬਹੁਤ ਸਾਰੇ ਵੱਖਰੇ ਵੱਖਰੇ ਬੈਕਗਰਾਊਂਡ ਦੇ ਉੱਤੋਂ ਆ, ਤੇ ਇੱਕ ਅਸੀਂ ਸਟਰੋਂਗਰ ਪਾਰਟੀ ਇਸ ਵੇਲੇ ਆਸ ਕਰ ਰਹੇ ਹਾਂ। ਜਿਹੜੀ ਇੱਕ ਨੇਮ ਚੇਂਜ ਕਮੇਟੀ ਆ ਉਹ ਵੀ ਡਿਸਾਈਡ ਕਰੂਗੀ ਟਾਈਮ ਲਾਈਨ 'ਤੇ ਜਿਹੜਾ ਪੂਰਾ ਕੰਸਲਟੇਸ਼ਨ ਦਾ ਪ੍ਰੋਸੈਸ ਆ ਉਹਦੇ ਉੱਤੇ ਵੀ ਸਾਰੀ ਗੱਲਬਾਤ ਹੋਊਗੀ। ਸੋ BC ਲਿਬਰਲ ਪਾਰਟੀ ਜਿਹਨੂੰ ਬਹੁਤ ਕਮਜ਼ੋਰ ਵਿਰੋਧੀ ਧਿਰ ਮੰਨਿਆ ਗਿਆ ਪਿਛਲੇ ਸਮੇਂ ਦੇ ਵਿੱਚ, ਉਹ ਪਾਰਟੀ ਹੁਣ ਦੁਬਾਰਾ ਉੱਠ ਰਹੀ ਆ, ਆਪਣਾ ਨਾਮ ਬਦਲ ਕੇ ਦੁਬਾਰਾ ਖੜੀ ਹੋ ਰਹੀ ਆ, ਔਰ ਬੜੇ ਇੱਕ ਸਮਾਰਟ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਮੁੱਦਿਆਂ ਦੀ ਗੱਲਬਾਤ ਕੀਤੀ ਆ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪੂਰੇ ਨਹੀਂ ਹੋਏ। NDP ਨੇ ਆਪਣੇ ਬਹੁਤ ਸਾਰੇ ਵਾਅਦੇ ਕੀਤੇ ਸੀ ਔਰ ਉਹ ਵਾਅਦੇ ਉਹਨਾਂ ਨੇ ਪੂਰੇ ਵੀ ਕੀਤੇ ਆ, ਭਾਵੇਂ ਉਹ ਟੋਲ ਹਟਾਉਣ ਦਾ ਮਾਮਲਾ ਸੀ, ਭਾਵੇਂ ਉਹ ਮਿਨੀਮਮ ਵੇਜਸ ਜਿਹੜਾ ਕਿਸੇ ਵੇਲੇ BC ਦੇ ਵਿੱਚ ਸਾਰਿਆਂ ਨੂੰ ਘੱਟ ਸੀਗਾ ਪੂਰੇ ਕੈਨੇਡਾ ਨਾਲੋਂ, ਉਹ ਸਭ ਤੋਂ ਉੱਤੇ ਚਲਿਆ ਗਿਆ। ਹੋਰ ਕਿੰਨੀਆਂ ਉਹਨਾਂ ਦੇ ਕੰਮ ਸੀ ਜਿਹੜੇ ਉਹਨਾਂ ਨੇ ਕੀਤੇ ਆ, ਉਹਨਾਂ ਦੇ ਉੱਤੇ ਉਹਨਾਂ ਨੇ ਆਪਣੇ ਜਿੰਨੇ ਵਾਅਦੇ ਮਤਲਬ ਉਹਨਾਂ ਨੇ ਕੀਤੇ ਸੀ ਉਹ ਪੂਰੇ ਕੀਤੇ ਆ। ਤੇ ਪਰ ਜਿਹੜੀ BC ਲਿਬਰਲ ਪਾਰਟੀ ਆ ਉਹਨਾਂ ਨੇ ਹੈਲਥ ਕੇਅਰ ਦਾ ਮੁੱਦਾ ਜਿਹੜਾ ਤੇ ਓਵਰਡੋਜ਼ ਕ੍ਰਾਈਸਿਸ ਦਾ ਮੁੱਦਾ ਮੁੱਖ ਤੌਰ ਦੇ ਉੱਤੇ ਚੁੱਕਿਆ। ਇਹਦਾ ਅਜੇ ਤੱਕ ਹੱਲ ਨਹੀਂ ਹੋਇਆ। ਇਹਦਾ ਹੱਲ ਕਿੱਦਾਂ ਹੋਣਾ ਆ? ਜਿਹੜੀ ਡੀਕ੍ਰਿਮੀਨਲਾਈਜੇਸ਼ਨ ਦੀ ਗੱਲ ਹੋਈ ਆ, ਹੋਰ ਬਹੁਤ ਸਾਰੇ ਮੁੱਦੇ ਹੋਏ ਆ, ਪਰ ਲੱਗਦਾ ਇੱਦਾਂ ਆ ਕਿ BC ਲਿਬਰਲ ਪਾਰਟੀ ਇਸ ਵੇਲੇ ਬਹੁਤ ਜ਼ੋਰ ਸ਼ੋਰ ਦੇ ਨਾਲ ਅੱਗੇ ਵਧ ਰਹੀ ਆ। ਜਿਹੜੀ ਉਹਨਾਂ ਦੀ ਪਲਾਨ ਆ, ਜਿਹੜੀ ਉਹਨਾਂ ਦੀ ਸਟ੍ਰੈਟਜੀ ਆ ਉਹ ਬਹੁਤ ਸਹੀ ਆ, ਬਿਲਕੁਲ ਉਸ ਚੀਜ਼ ਨੂੰ ਉਹ ਹਿੱਟ ਕਰ ਰਹੇ ਆ ਜਿਹੜੀ ਬ੍ਰਿਟਿਸ਼ ਕੋਲੰਬੀਆ ਦੀ ਸਮੱਸਿਆ ਆ, ਤੇ ਲੋਕਾਂ ਦਾ ਧਿਆਨ ਉਧਰਲੇ ਪਾਸੇ ਕਰਕੇ ਕਿ ਅਸੀਂ ਆਹ ਜਿਹੜੀ ਤੁਹਾਡੀ ਸਮੱਸਿਆ ਪਈ ਆ ਇਹਦਾ ਹੱਲ ਅਸੀਂ ਤੁਹਾਨੂੰ ਕਰਕੇ ਦੇਵਾਂਗੇ। ਲੱਗਦਾ ਆ ਕਿ ਪਹਿਲੀ ਲੀਡਰਸ਼ਿਪ ਨਾਲੋਂ ਹੁਣ ਜਿਹੜੀ BC ਲਿਬਰਲ ਪਾਰਟੀ ਦੀ ਲੀਡਰਸ਼ਿਪ ਆ ਉਹ ਕਾਫੀ ਸਟਰੋਂਗ ਤਰੀਕੇ ਦੇ ਨਾਲ 2024 ਦੀ ਤਿਆਰੀ ਜਿਹੜੀ ਕਿ ਇਸ ਵੇਲੇ ਤੋਂ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ, ਇਹਦੇ ਵਿੱਚ ਇੱਕ ਵੱਡੀ ਪਾਰਟੀ ਤੇ ਚੰਗੀ ਟੱਕਰ NDP ਨੂੰ ਦੇ ਕੇ ਉਭਰੂਗੀ। ਅੱਜ ਸਵੇਰੇ ਇੱਕ ਹੋਰ ਖਬਰ ਜਦੋਂ ਤੁਸੀਂ ਦੇਖਦੇ ਆ, ਜਿਹੜੇ ਮੈਟਰੋ ਵੈਨਕੂਵਰ ਦੇ ਵਿੱਚ ਇੱਧਰਲੇ ਪਾਸੇ ਜਾ ਰਹੇ ਸੀ ਦੋਵਾਂ ਪਾਸਿਆਂ 'ਤੇ, ਚਾਹੇ ਮੈਸੀ ਟਨਲ ਸੀ ਚਾਹੇ ਆਇਰਨਮਰਕਰ ਮੈਮੋਰੀਅਲ ਬ੍ਰਿਜ ਸੀਗਾ, ਉੱਥੇ ਕੁਛ ਲੋਕ ਰੋਡ ਦੇ ਵਿੱਚ ਰੋਡ ਬਲੌਕ ਕਰਕੇ ਬੈਠ ਗਏ ਤੇ ਉਹਨਾਂ ਨੂੰ ਫਿਰ ਪਾਸੇ ਕੀਤਾ ਗਿਆ, ਉੱਥੋਂ ਚੱਕ ਕੇ ਪਾਸੇ ਕੀਤਾ ਗਿਆ। ਇੱਕ ਗਰੁੱਪ ਆ ਜਿਹੜਾ ਲਗਾਤਾਰ ਇਹਨਾਂ ਬ੍ਰਿਜਸ ਤੇ ਹਾਈਵੇਜ਼ ਨੂੰ ਰੋਕਦੇ ਉਹ ਸਵੇਰੇ ਆ। ਜਦੋਂ ਲੋਕਾਂ ਨੇ ਕੰਮਾਂ 'ਤੇ ਜਾਣਾ ਹੁੰਦਾ ਉਹ ਬੰਦਿਆਂ ਦੀ ਗਿਣਤੀ ਥੋੜ੍ਹੀ ਹੁੰਦੀ ਆ, ਭਾਵੇਂ 5-10 ਕਈ ਵਾਰੀ 2-3 ਹੀ ਹੁੰਦੇ ਆ, ਰੋਡ ਦੇ ਵਿਚਕਾਰ ਆ ਕੇ ਬੈਠ ਜਾਂਦੇ ਆ। ਤੇ ਇਹ ਇੱਕ ਗਰੁੱਪ ਆ ਜਿਹਨੂੰ ਕਹਿੰਦੇ ਆ ਓਲਡ ਗਰੋਥ, ਜਿਹੜਾ ਸੇਵ ਗਰੁੱਪ ਉਹਨੂੰ ਕਹਿ ਰਹੇ ਆ, ਕਿ ਜਿਹੜੇ ਓਲਡ ਗਰੋਥ ਫੋਰੈਸਟ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿਹੜੇ ਪੁਰਾਣੇ ਦਰਖਤ ਨੇ, ਕਈ ਦਹਾਕੇ ਪੁਰਾਣੇ ਦਰਖਤ ਨੇ, ਇਹ ਗਰੁੱਪ ਇਹ ਕਹਿ ਰਿਹਾ ਕਿ ਇਹਨਾਂ ਦਰਖਤਾਂ ਨੂੰ ਵੱਢਿਆ ਨਾ ਜਾਵੇ, ਇਹਨਾਂ ਨੂੰ ਕੱਟਿਆ ਨਾ ਜਾਵੇ, ਇਹਨੂੰ ਇਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ। ਸਰਕਾਰ ਦੇ ਕੋਲ ਪਿਛਲੇ ਲੰਬੇ ਸਮੇਂ ਦੀ ਉਹਨਾਂ ਦੀ ਮੰਗ ਆ, ਲਗਾਤਾਰ ਇਹ ਪ੍ਰੋਟੈਸਟ ਕਰਦੇ ਆ। ਸੇਵ ਓਲਡ ਗਰੋਥ ਇਹਨਾਂ ਦਾ ਨਾਂ ਆ। ਪਿਛਲੇ ਹਫ਼ਤੇ ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀ ਕਿ ਅਸੀਂ ਪ੍ਰੋਟੈਸਟ ਕਰਾਂਗੇ, ਲਗਾਤਾਰ ਡਾਇਰੈਕਟ ਐਕਸ਼ਨ ਕਰਾਂਗੇ, ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਦਰਖਤਾਂ ਦਾ ਕੀਤਾ ਜਾ ਰਿਹਾ। ਤੇ ਅੱਜ ਸੋਮਵਾਰ ਸਵੇਰੇ ਹੀ ਇਹਨਾਂ ਥਾਵਾਂ ਦੇ ਉੱਤੇ 7:20 ਦੇ ਉੱਤੇ ਜਿਹੜੇ ਡੈਮੋਸਟ੍ਰੇਟਰ ਸੀਗੇ ਲੋਅਰ ਮੇਨਲੈਂਡ ਦੇ ਵੱਖ-ਵੱਖ ਥਾਵਾਂ ਦੇ ਉੱਤੇ, ਜਾਂ ਸਾਊਥ ਬਾਉਂਡ ਲੇਨ ਜਿਹੜੀ ਮੈਸੀ ਟਨਲ ਵਾਲੇ ਪਾਸੇ ਸੀਗੀ ਉੱਥੇ ਚਲੇ ਗਏ। 7:45 ਦੇ ਉੱਤੇ ਇਹਨਾਂ ਨੇ ਜਿਹੜਾ ਨਾਰਥ ਬਾਉਂਡ ਲੇਨ ਸੀਗੀ ਆਇਰਨ ਵਰਕਰਸ ਮੈਮੋਰੀਅਲ ਬ੍ਰਿਜ ਵਾਲੀ ਉਹਨੂੰ ਰੋਕ ਦਿੱਤਾ। ਨਾਰਥ ਵੈਨਕੂਵਰ ਤੇ ਡਾਊਨਟਾਊਨ ਵੈਨਕੂਵਰ ਦੇ ਵਿਚਕਾਰ ਜਿਹੜੀ ਸੀਗੀ ਉੱਥੇ ਇਹਨਾਂ ਨੇ ਟ੍ਰੈਫਿਕ ਰੋਕ ਦਿੱਤਾ। ਜਦੋਂ ਪੁਲਿਸ ਉੱਥੇ ਆਉਂਦੀ ਆ ਉਹਨਾਂ ਤੋਂ ਫੜ ਕੇ ਇਹਨਾਂ ਨੂੰ ਬਾਹਰ ਕੀਤਾ ਗਿਆ। ਹਾਈਵੇ 99 ਦੇ ਉੱਤੇ ਵੀ 7:50 ਦੇ ਉੱਤੇ ਕੁਛ ਜਿਹੜੇ ਲੋਕ ਸੀਗੇ ਜਿਹੜੇ ਰਿਚਮੰਡ ਤੋਂ ਡੈਲਟਾ ਵਾਲੇ ਪਾਸੇ ਆ ਰਹੇ ਸੀ, ਉੱਥੇ ਰੋਕਿਆ ਗਿਆ। ਉੱਥੇ ਟ੍ਰੈਫਿਕ ਬਹੁਤ ਸਲੋ ਸੀ। ਅੱਜ ਸਵੇਰੇ ਇਹ ਹਾਈਵੇ 17 ਦੇ ਉੱਤੇ ਸਵਾਰਟਸਵੇ ਫੈਰੀ ਟਰਮੀਨਲ ਦੇ ਉੱਤੇ ਵੀ ਦੇਖੇ ਗਏ, ਜਿੱਥੇ ਇਹ ਮੁੱਖ ਰੋਡ ਬਲੌਕ ਕਰਦੇ ਆ ਉੱਥੇ ਆਫ ਰੋਡ ਵੀ ਜਾਂਦੇ ਆ। ਕਈ ਥਾਵਾਂ ਦੇ ਉੱਤੇ, ਹੋਰ ਥਾਵਾਂ ਦੇ ਉੱਤੇ ਜਾ ਕੇ ਵੀ ਪ੍ਰਦਰਸ਼ਨ ਕਰ ਰਹੇ ਆ। ਅਸੀਂ ਫਿਰ ਜ਼ਿਕਰ ਕਰਦੇ ਹਾਂ, ਗਿਣਤੀ ਇਹਨਾਂ ਦੀ ਥੋੜ੍ਹੀ ਆ, ਪਰ ਇਹ ਬਹੁਤ ਸਾਰੀ ਚੀਜ਼ ਨੂੰ ਰੋਕ ਰਹੇ ਆ।
ਜਿਹੜੇ ਵੱਡੇ ਕੁਛ ਚਾਹੇ ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਦੇਖਿਆ, ਆਪਾਂ ਲਗਾਤਾਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਖਾਸ ਕਰ ਦੇ ਉੱਤੇ ਕੁਛ ਪੁਆਇੰਟ ਮੈਟਰੋ ਵੈਨਕੂਵਰ ਦੇ ਉੱਤੇ ਜਿਵੇਂ ਆਇਰਨ ਵਰਕਰਸ ਮੈਮੋਰੀਅਲ ਬ੍ਰਿਜ ਆ, ਲਾਇਨਸ ਗੇਟ ਬ੍ਰਿਜ ਆ, ਹਾਈਵੇ 1 ਆ, ਹੋਰ ਜਿਹੜੀਆਂ ਲੋਅਰ ਮੈਨਲੈਂਡ ਦੀਆਂ ਕੁਛ ਇਹ ਪ੍ਰੋਵਿੰਸ ਦੇ ਪਾਰਟ ਹੈਗੇ ਆ, ਉੱਥੇ ਜਾ ਕੇ ਇਹ ਪ੍ਰੋਟੈਸਟ ਕਰਦੇ ਆ। ਪਿਛਲੇ ਹਫ਼ਤੇ ਦੀ ਤੁਸੀਂ ਜਿਹੜਾ ਹੋਊਗੀ ਦੇਖੀ ਹੋਊਗੀ ਖਬਰ ਕਿ ਅੱਧ ਨੰਗਾ ਹੋ ਕੇ ਇੱਕ ਵਿਅਕਤੀ ਜਿਹੜੇ ਆ ਇਹ ਗੋਲ ਪੋਸਟ ਦੇ ਉੱਤੇ ਕੈਨੇਡਾ ਮੈਨਸ ਨੈਸ਼ਨਲ ਸੌਕਰ ਗੇਮ BC ਪਲੇਸ ਦੇ ਵਿੱਚ ਜੋ ਕੁਛ ਹੋਇਆ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਸੋ ਇਹ ਇੱਕ ਗਰੁੱਪ ਜਿਹੜਾ ਇਹ ਕਹਿ ਰਿਹਾ ਕਿ ਪੁਰਾਣੇ ਦਰਖਤਾਂ ਨੂੰ BC ਦੇ ਵਿੱਚੋਂ ਵੱਢਿਆ ਨਾ ਜਾਵੇ। ਕਲਾਈਮੇਟ ਕ੍ਰਾਈਸਿਸ ਇੱਕ ਸਾਹਮਣੇ ਆ, ਜਿਹੜਾ 1000 ਸਾਲ ਪੁਰਾਣੇ ਜਿਹੜੇ ਦਰਖਤ ਨੇ ਇੱਥੇ ਉਹਨਾਂ ਨੂੰ ਵੱਢਿਆ ਜਾ ਰਿਹਾ। ਇਹ ਬਹੁਤ ਵੱਡਾ ਇੱਕ ਕਾਰਬਨ ਸਿੰਕ ਆ ਕਿ ਜਿਹੜਾ ਕਾਰਬਨ ਡਾਈਆਕਸਾਈਡ ਆ ਹਵਾ ਦੇ ਵਿੱਚ, ਉਹਨੂੰ ਇਹ ਅਬਜ਼ੋਰਵ ਕਰਦੇ ਆ। ਉਹਨੂੰ ਅਬਜ਼ੋਰਵ ਕਰਨ ਤੋਂ ਬਾਅਦ ਇੱਕੋ ਇੱਕ ਇਹ ਚੀਜ਼ ਆ ਜਿਹੜੀ ਇਹਨਾਂ ਨੂੰ ਸਾਨੂੰ ਵਾਤਾਵਰਨ ਨੂੰ ਸ਼ੁੱਧ ਕਰਦੀ ਆ। ਤੇ ਇਹਨਾਂ ਦਰਖਤਾਂ ਨੂੰ ਨਾ ਵੱਢਿਆ ਜਾਵੇ। ਔਰ ਇਹਨਾਂ ਦੇ ਵਿੱਚ ਬਹੁਤ ਸਾਰੇ ਇੰਡੇਂਜਰਡ ਸਪੀਸੀਜ਼ ਨੇ, ਭਾਵ ਉਹ ਕਿਸਮਾਂ ਨੇ ਬੂਟਿਆਂ ਦੀਆਂ ਜਿਹੜੀਆਂ ਦੁਨੀਆ ਦੇ ਵਿੱਚੋਂ ਇਹਨਾਂ ਨੂੰ ਕੱਟਣ ਦੇ ਨਾਲ ਖਤਮ ਹੋ ਜਾਣਗੀਆਂ। ਤੇ ਇਸ ਕਰਕੇ ਇਹਨਾਂ ਨੂੰ ਬਚਾਉਣ ਦੇ ਲਈ ਇਹ ਲਗਾਤਾਰ ਸੜਕਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਕਰਦੇ ਆ। ਬਹੁਤ ਸਾਰੇ ਲੋਕ ਇਸ ਗੱਲ ਤੋਂ ਖਿਝਦੇ ਆ, ਫਰਸਟ੍ਰੇਟ ਹੁੰਦੇ ਆ। ਸਵੇਰੇ ਸਵੇਰੇ ਕਿਸੇ ਨੇ ਕੰਮ ਤੇ ਜਾਣਾ ਤੇ ਮੋਹਰਿਓਂ ਸੜਕ ਬੰਦ ਹੋ ਜਾਂਦੀ ਆ, ਪਰ ਇਹ ਇਹਨਾਂ ਨੂੰ ਖਿੱਚ ਕੇ ਵੀ ਕਈ ਥਾਵਾਂ ਦੇ ਉੱਤੇ ਪਾਸੇ ਕੀਤਾ ਗਿਆ ਤੇ ਰੋਡ ਕਲੀਅਰ ਕੀਤਾ ਗਿਆ। ਪਰ ਇਹ ਕਹਿ ਰਹੇ ਆ ਕਿ ਇਹਨਾਂ ਨੂੰ ਵਾਤਾਵਰਨ ਨੂੰ ਬਚਾਉਣ ਦੇ ਲਈ ਇਹਨਾਂ ਦੇ ਲਈ ਲੜਨਾ ਬਹੁਤ ਜ਼ਰੂਰੀ ਆ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਕੇ ਕੀ ਜਾ ਰਹੇ ਹਾਂ। ਦੁਨੀਆ ਦੇ ਹਰ ਹਿੱਸੇ ਵਿੱਚ, ਭਾਵੇਂ ਬ੍ਰਿਟਿਸ਼ ਕੋਲੰਬੀਆ ਨੂੰ ਲੈ ਲਓ, ਇੱਥੋਂ ਕਦੇ ਹੜ੍ਹ ਆ ਜਾਂਦੇ ਆ, ਕਦੇ ਅੱਤ ਦੀ ਗਰਮੀ ਪੈਣ ਲੱਗ ਜਾਂਦੀ ਆ, ਕਦੇ ਕੁਛ ਹੋਣ ਲੱਗ ਜਾਂਦਾ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ, ਦੁਨੀਆ ਦੇ ਹਰ ਹਿੱਸੇ ਦੇ ਵਿੱਚ ਵਾਤਾਵਰਨ ਬਦਲਿਆ। ਇਹ ਗਰੁੱਪ ਇਹ ਸਮਝਦਾ ਆ ਕਿ ਇਹ ਸਾਰੇ ਕੁਛ ਦੇ ਲਈ ਮਨੁੱਖ ਜ਼ਿੰਮੇਵਾਰ ਆ ਤੇ ਮਨੁੱਖ ਜਿਹੜਾ ਇਹਨਾਂ ਦਰਖਤਾਂ ਨੂੰ ਕੱਟ ਰਿਹਾ ਉਹ ਜ਼ਿੰਮੇਵਾਰ ਆ। ਇਹਨਾਂ ਨੂੰ ਬਚਾਉਣ ਦੇ ਲਈ, ਇਹਨਾਂ ਦਰਖਤਾਂ ਨੂੰ ਬਚਾਉਣ ਦੇ ਲਈ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਇੱਕ ਸਾਫ਼ ਵਾਤਾਵਰਨ ਦੇਣ ਦੇ ਲਈ ਲੜਾਈ ਲੜਨੀ ਬਹੁਤ ਜ਼ਰੂਰੀ ਆ। ਤੇ ਇਸੇ ਕਰਕੇ ਜਿਹੜੇ ਓਲਡ ਗਰੋਥ ਫੋਰੈਸਟ ਆ ਉਹਨਾਂ ਨੂੰ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ, ਇਹਨਾਂ ਨੂੰ ਬਿਲਕੁਲ ਨਾ ਦਰਖਤਾਂ ਨੂੰ ਕੱਟਣ ਦਿੱਤਾ ਜਾਵੇ। ਤੇ ਉਹ ਚਾਹੁੰਦੇ ਆ ਕਿ ਜਿਹੜਾ ਇਹ ਮੰਗ ਕਰ ਰਿਹਾ NDP ਸਰਕਾਰ ਤੋਂ ਕਿ ਇੱਕ ਲੈਜਿਸਲੇਸ਼ਨ ਲਿਆਂਦਾ ਜਾਵੇ ਕਿ ਸਾਰੀ ਜਿਹੜੀ ਇਹ ਪੁਰਾਣੇ ਦਰਖਤ ਨੇ, ਪੁਰਾਣੇ ਦਰਖਤਾਂ ਦੇ ਜੰਗਲ ਨੇ, ਇਹਨਾਂ ਨੂੰ ਕੱਟਣ ਦੇ ਉੱਤੇ ਰੋਕ ਲਾ ਦਿੱਤੀ ਜਾਵੇ। ਸੋ ਸੇਵ ਓਲਡ ਗਰੋਥ, ਕੁਝ ਜਿਹੜੇ ਵੈਟਰਨ ਐਨਵਾਇਰਨਮੈਂਟਲਿਸਟ ਨੇ ਉਹ ਕਹਿ ਰਹੇ ਆ ਕਿ ਇਹ ਬਹੁਤ ਵੱਡਾ ਇੱਕ ਸਾਡੇ ਲਈ ਸੰਕਟ ਆ ਤੇ ਇਹਦੇ ਲਈ ਕੁਛ ਨਾ ਕੁਛ ਕਰਨਾ ਬਹੁਤ ਜ਼ਰੂਰੀ ਆ। ਬਹੁਤ ਸਾਰੇ ਲੋਕ ਇਹਦੇ ਵਿੱਚ ਹੌਲੀ ਹੌਲੀ ਇਨਵੋਲਵ ਹੋ ਰਹੇ ਆ। ਇੱਕ ਗਰੁੱਪ ਜਿਹੜਾ ਆ ਉਧਰਲੇ ਪਾਸੇ ਸੜਕਾਂ ਦੇ ਉੱਤੇ ਆ ਰਿਹਾ ਆ। ਬੈਕਲੈਸ਼ ਵੀ ਇਹਨਾਂ ਦਾ ਹੋ ਰਿਹਾ ਇਸ ਚੀਜ਼ ਦੇ ਨਾਲ। ਪਰ ਫਿਰ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਵੱਡੀ ਗਿਣਤੀ ਇਹਨਾਂ ਓਲਡ ਗਰੋਥਸ ਦੀ, ਜਿਹੜੇ ਪੁਰਾਣੇ ਦਰਖਤ ਨੇ, ਜਦੋਂ ਇਹਨਾਂ ਦੀ ਵੈਬਸਾਈਟ ਤੁਸੀਂ ਦੇਖਦੇ ਆ ਤਾਂ ਉਹਦੇ ਤੋਂ ਜਾਣਕਾਰੀ ਮਿਲਦੀ ਆ ਕਿ ਸਰਕਾਰ ਦੀ ਜਿਹੜੀ ਵਰਕਿੰਗ ਡੈਫੀਨੇਸ਼ਨ ਆ ਉਹਦੇ ਅਨੁਸਾਰ 23% ਜਿਹੜੇ ਫੋਰੈਸਟ ਏਰੀਆ ਆ ਉਹਨੂੰ ਇਸ ਓਲਡ ਗਰੋਥ ਦੇ ਵਿੱਚ ਮੰਨਦੇ ਆ। ਮਤਲਬ 13.2 ਬਿਲੀਅਨ ਹੈਕਟੇਅਰ ਜਿਹੜਾ ਜੰਗਲ ਆ ਉਹ ਇਹਦੇ ਅੰਡਰ ਆਉਂਦਾ ਆ, ਭਾਵ ਜਿਹਨੂੰ ਇਹ ਚਾਹੁੰਦੇ ਆ ਕਿ ਪ੍ਰੀਜ਼ਰਵ ਕੀਤਾ ਜਾਵੇ। ਹੁਣ ਓਲਡ ਗਰੋਥ ਜਿਹੜਾ ਆ ਉਹਨੂੰ ਉਹ ਕਹਿੰਦੇ ਇਹਨੂੰ ਇਸ ਤਰ੍ਹਾਂ ਦੱਸਿਆ ਨਹੀਂ ਜਾ ਸਕਦਾ। ਔਰ ਜਿਹੜਾ ਡਾਟਾ ਤੁਹਾਡੇ ਕੋਲ ਅਵੇਲੇਬਲ ਆ ਉਹ ਦੱਸਦਾ ਆ ਕਿ ਇਹ ਕੁਛ ਇਹਨਾਂ ਦੇ ਵਿੱਚ ਇੱਦਾਂ ਦੀਆਂ ਕਿਸਮਾਂ ਹੈਗੀਆਂ, ਸਪੀਸੀਜ਼ ਹੈਗੇ ਆ ਜਿਹੜੇ ਇਹਨਾਂ ਨੂੰ ਜੇ ਤਬਾਹ ਕਰ ਦਿੱਤਾ ਤਾਂ ਉਹਦੇ ਤੋਂ ਬਾਅਦ ਇਹ ਖਤਮ ਹੋ ਜਾਣਗੇ, ਭਾਵ ਦੁਨੀਆ ਤੋਂ ਬਿਲਕੁਲ ਗਾਇਬ ਹੋ ਜਾਣਗੇ। ਇਸ ਕਰਕੇ ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ। ਸੋ ਥੋੜ੍ਹੇ ਸਮੇਂ ਬਾਅਦ ਇਹ ਗਰੁੱਪ ਸਾਹਮਣੇ ਆਉਂਦਾ ਹੈ, ਸਾਹਮਣੇ ਆ ਕੇ ਸੜਕਾਂ ਨੂੰ ਰੋਕਣਾ ਸ਼ੁਰੂ ਕਰ ਦਿੰਦਾ ਹੈ, ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ। ਇਹ ਪ੍ਰੋਟੈਸਟ ਇਹਨਾਂ ਦੇ ਲਗਾਤਾਰ ਵੱਧਦੇ ਜਾ ਰਹੇ ਆ। ਇਹਦੇ ਨਾਲ ਜਿੱਥੇ ਇਹ ਮੰਗ ਕਰ ਰਹੇ ਆ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅਸੀਂ ਇੱਕ ਸਾਫ਼ ਸੁਥਰਾ ਵਾਤਾਵਰਨ ਦੇ ਕੇ ਜਾਈਏ, ਉੱਥੇ ਹੀ ਇਹਦੇ ਨਾਲ ਨਾਲ ਲੋਕਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਕਾਰ ਚਲਾਉਂਦੇ ਵਕਤ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। 2010 ਦੇ ਵਿੱਚ ਇਹਦੇ 'ਤੇ ਸਖਤੀ ਕੀਤੀ ਗਈ ਸੀ। ਇੰਨੇ ਕੁ ਸਖਤ ਜੁਰਮਾਨੇ ਲਾ ਦਿੱਤੇ ਗਏ ਕਿ ਹੁਣ ਕੋਈ ਵੀ ਵਿਅਕਤੀ ਕਾਰ ਚਲਾਉਂਦੇ ਹੋਏ ਆਪਣੇ ਫੋਨ ਨੂੰ ਹੱਥ ਲਾਉਣ ਤੋਂ ਡਰਦਾ। ਪਰ ਫਿਰ ਵੀ ਕੁਛ ਜਿਹੜੀਆਂ ਖਬਰਾਂ ਆ ਰਹੀਆਂ, ਕੁਝ ਨਿਊਜ਼ ਏਜੰਸੀ ਨੇ ਗੱਲਬਾਤ ਕੀਤੀ, ਖਾਸ ਕਰ ਬਰਨਵੀ ਦੇ ਵਿੱਚ ਬਰਨਵੀ RCMP ਦੇ ਕੁਛ ਮੀਡੀਆ ਰਿਲੇਸ਼ਨ ਆਫਿਸਰਸ ਜਿਹੜੇ ਗੱਲਬਾਤ ਦੱਸ ਰਹੇ ਆ ਕਿ ਉਹਨਾਂ ਨੂੰ ਬਹੁਤ ਸਾਰੇ ਆਫਿਸਰ ਆ ਕੇ ਦੱਸਦੇ ਆ ਕਿ ਕਿਸ ਤਰੀਕੇ ਨਾਲ ਲੋਕ ਸੈੱਲਫੋਨ ਦੀ ਵਰਤੋਂ ਕਰ ਰਹੇ ਆ ਤੇ ਫਿਰ ਉਹਨਾਂ ਨੂੰ ਮੋਟੇ ਜੁਰਮਾਨੇ ਕੀਤੇ ਜਾ ਰਹੇ ਆ। ਉਹ ਕਹਿੰਦੇ ਜੇ ਅਸੀਂ ਇੰਟਰਸੈਕਸ਼ਨ ਦੇ ਉੱਤੇ ਖੜ੍ਹੇ ਹਾਂ, ਦੇਖਦੇ ਹਾਂ ਕਿ ਇੱਕ ਡਰਾਈਵਰ ਉੱਥੇ ਖੜ੍ਹਾ ਹੁੰਦਾ ਰੈੱਡ ਲਾਈਟ ਦੇ ਉੱਤੇ, ਰੈੱਡ ਲਾਈਟ ਦੇ ਉੱਤੇ ਖੜ੍ਹਾ ਹੋਣ ਤੋਂ ਬਾਅਦ ਜਿੰਨੇ ਚਿਰ 'ਚ ਰੈੱਡ ਲਾਈਟ ਗ੍ਰੀਨ ਹੁੰਦੀ ਆ ਤੇ ਉਹ ਆਪਣੇ ਫੋਨ ਦੇ ਉੱਤੇ ਬਿੱਲੀਆਂ ਦੀਆਂ ਫੋਟੋਆਂ ਦੇਖਣੀਆਂ ਸ਼ੁਰੂ ਕਰ ਦਿੰਦਾ।
ਹਾਲਾਂਕਿ ਇਹਦੀ ਕੋਈ ਜ਼ਰੂਰਤ ਵੀ ਨਹੀਂ ਆ, ਪਰ ਉਹ ਤੋਂ ਬਾਅਦ ਉਹਨੂੰ ਪੁੱਛਿਆ ਗਿਆ ਕਿ ਭਾਈ ਤੂੰ ਇਹ ਕਿਉਂ ਇਦਾਂ ਕਰ ਰਿਹਾ? ਉਹ ਕਹਿੰਦਾ ਮੈਂ ਬੋਰ ਹੋ ਰਿਹਾ ਸੀ ਬੈਠੇ ਬੈਠਾ, ਵੀ ਮੋਰੇ ਰੈੱਡ ਲਾਈਟ ਹੋਈ ਆ, ਮੈਂ ਫੋਨ ਚੱਕ ਕੇ ਬਿੱਲੀਆਂ ਦੀਆਂ ਫੋਟੋ ਦੇਖਣੀਆਂ ਸ਼ੁਰੂ ਕਰ ਦਿੱਤੀਆਂ, ਅਤੇ ਜਿਹੜੀਆਂ ਬਿੱਲੀ ਦੀਆਂ ਫੋਟੋ ਦੇਖਣੀਆਂ ਉਹਨੂੰ $368 ਦੇ ਵਿੱਚ ਪਈਆਂ। ਭਾਵ ਉਹਨੂੰ ਗੱਡੀ ਚਲਾਉਣ ਵੇਲੇ ਮੋਬਾਈਲ ਦੀ ਵਰਤੋਂ ਕਰਨ ਤਹਿਤ $368 ਜੁਰਮਾਨਾ ਹੋ ਗਿਆ। ਬਹੁਤ ਸਾਰੀਆਂ ਪੈਨਲਟੀ ਲੱਗ ਰਹੀਆਂ। ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਵੱਖ-ਵੱਖ ਪ੍ਰੋਗਰਾਮਾਂ ਦੇ ਤਹਿਤ ਸਰਕਾਰ ਐਜੂਕੇਟ ਕਰਦੀ ਹੈ ਕਿ ਤੁਸੀਂ ਮੋਬਾਈਲ ਦੀ ਵਰਤੋਂ ਨਾ ਕਰੋ। ਬਹੁਤ ਸਾਰੇ ਐਕਸੀਡੈਂਟ ਹੋ ਰਿਹਾ, ਕ੍ਰੈਸ਼ਸ ਹੋ ਰਹੇ ਆ, ਪਰ ਅਫੀਸ਼ੀਅਲ ਇਹ ਮੰਨ ਰਹੇ ਆ ਕਿ ਇਹ ਲੋਕ ਹਟ ਨਹੀਂ ਰਹੇ ਕਿਉਂਕਿ ਉਹਨਾਂ ਦੀ ਇਹ ਆਦਤ ਬਣ ਚੁੱਕੀ ਹੈ। ਮਸਲਾ ਇੱਕ ਇਹ ਹੋ ਸਕਦਾ ਕਿ ਬਹੁਤ ਜ਼ਰੂਰੀ ਫੋਨ ਸੀ ਜਿਹੜਾ ਉਹਨਾਂ ਨੂੰ ਉਹ ਰਿਸਕ ਲੈਣਾ ਪਿਆ, ਪਰ ਲੋਕਾਂ ਦੀ ਇੱਕ ਬੇਵਜ੍ਹਾ ਆਦਤ ਬਣ ਚੁੱਕੀ ਆ ਗੱਡੀ ਚਲਾਉਂਦੇ ਵਕਤ ਜਿੱਥੇ ਇੰਟਰਸੈਕਸ਼ਨ ਦੇ ਉੱਤੇ ਰੈੱਡ ਲਾਈਟ ਦੇ ਉੱਤੇ ਗੱਡੀ ਰੁਕਦੀ ਆ, ਲੋਕ ਫੋਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਆ, ਜਿਹਦਾ ਨਤੀਜਾ ਸਿੱਧਾ ਆ ਕਿ ਵੱਡੇ ਵੱਡੇ ਜੁਰਮਾਨੇ ਲੱਗ ਰਹੇ ਆ। ਹੁਣ ਸਪਰਿੰਗ ਦਾ ਸੀਜ਼ਨ ਆ, ਇਲੀਗਲੀ ਜਿਹੜੇ ਲੋਕ ਇਹ ਯੂਜ਼ ਕਰਦੇ ਇਹਨਾਂ ਨੂੰ ਜੁਰਮਾਨੇ ਵੀ ਬਹੁਤ ਸਾਰੇ ਹੋਣਗੇ। ਬਹੁਤ ਸਾਰੇ ਲੋਕ ਉਹ ਕਹਿੰਦੇ ਇਹ ਸੋਚਦੇ ਆ ਵੀ ਮੈਂ ਠੀਕ ਆ, ਡਰਾਈਵ ਕਰਨ ਦੇ ਵਿੱਚ ਮੈਨੂੰ ਕੋਈ ਨੁਕਸਾਨ ਨਹੀਂ ਹੋਣਾ। 2010 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਟ੍ਰਿਕਟ ਰੂਲ ਆਏ ਸੀ, ਜਿਹੜੇ ਹੈਂਡਹੈਲਡ ਸੈੱਲਫੋਨ ਸੀਗੇ ਜਾਂ ਪੋਰਟੇਬਲ ਇਲੈਕਟ੍ਰੋਨਿਕ ਡਿਵਾਈਸਿਸ ਸੀਗੇ, ਟੈਕਸਟ ਮੈਸੇਜਿੰਗ, ਇਹ ਸਾਰੇ ਕੁਛ ਦੇ ਉੱਤੇ ਮੋਟਰ ਵਹੀਕਲ ਐਕਟ ਦੇ ਅਨੁਸਾਰ ਜਿਹੜਾ ਹੈਂਡਸ ਫਰੀ ਜਾਂ ਵਨ ਟੱਚ ਯੂਜ਼ ਆ ਇਲੈਕਟ੍ਰੋਨਿਕ ਡਿਵਾਈਸਿਸ ਦਾ ਉਹ ਅਲਾਉਡ ਆ। ਡਰਾਈਵਿੰਗ ਵੇਲੇ ਤੁਸੀਂ ਉਹਦੇ ਨਾਲ ਜਿਹੜਾ ਚਾਹੇ ਤੁਸੀਂ ਟ੍ਰੈਫਿਕ ਲਾਈਟ ਦੇ ਉੱਤੇ ਕਿਤੇ ਵੀ ਤੁਸੀਂ ਵਰਤੋਂ ਕਰ ਸਕਦੇ ਆ। ਮਸਲਾ ਇਹ ਆ ਕਿ ਤੁਹਾਡਾ ਫੋਨ ਉਸ ਕਾਰ ਦੇ ਵਿੱਚ ਉਸ ਥਾਂ ਦੇ ਉੱਤੇ ਮਾਊਂਟ ਦੇ ਨਾਲ ਫਿੱਟ ਹੋਣਾ ਚਾਹੀਦਾ। ਤੁਸੀਂ ਉਹਨੂੰ ਨਹੀਂ ਟੱਚ ਕਰ ਸਕਦੇ। ਜਿਹੜੇ ਤੁਹਾਡੇ ਸਟੀਅਰਿੰਗ ਦੇ ਉੱਤੇ ਬਟਨ ਹੈਗੇ ਆ ਉਹਦੇ ਨਾਲ ਤੁਸੀਂ ਉਹਨੂੰ ਆਪਰੇਟ ਕਰ ਸਕਦੇ ਆ, ਦੇਖ ਸਕਦੇ ਆ, ਕਰ ਸਕਦੇ ਆ। ਮਤਲਬ ਬਿਲਕੁਲ ਜਿੱਦਾਂ ਤੁਸੀਂ ਆਪਣੀ ਵਹੀਕਲ ਦਾ ਮੀਟਰ ਦੇਖਦੇ ਆ ਇਸੇ ਤਰ੍ਹਾਂ ਤੁਸੀਂ ਫੋਨ ਨੂੰ ਦੇਖਦੇ ਆ। ਪਰ ਉਹਦੇ ਤੋਂ ਬਿਨਾਂ ਜੇਕਰ ਫੋਨ ਤੁਹਾਡੇ ਕਿਤੇ ਵੀ ਪਿਆ ਆ, ਕੱਪ ਹੋਲਡਰ ਦੇ ਵਿੱਚ ਪਿਆ ਆ, ਹੋਰ ਕਿਤੇ ਪਿਆ ਆ, ਤਾਂ ਉਹ ਜੇ ਉਹ ਡਿਸਟਰੈਕਟਡ ਡਰਾਈਵਿੰਗ ਦੇ ਤਹਿਤ ਤੁਹਾਨੂੰ ਚਾਰਜ ਕੀਤਾ ਜਾ ਸਕਦਾ, ਤੁਹਾਨੂੰ ਜਿਹੜੀ ਟਿਕਟ ਆ ਉਹ ਦਿੱਤੀ ਜਾ ਸਕਦੀ ਹੈ। 2010 ਦੇ ਵਿੱਚ ਇਹਨਾਂ ਨੇ ਗੱਲਬਾਤ ਸਾਹਮਣੇ ਲਿਆਂਦੀ ਸੀ ਕਿ $368 ਤੋਂ ਵੀ ਜ਼ਿਆਦਾ ਜਿਹੜਾ ਉਹ ਟਿਕਟ ਜਿਹੜੀ ਦਿੱਤੀ ਜਾਂਦੀ ਸੀ। ਸੋ ਟਿਕਟ ਜਦੋਂ ਇਸ਼ੂ ਹੁੰਦੀ ਆ ਉਹਦੇ ਤੋਂ ਬਾਅਦ ਜਿਹੜੀ ਟਿਕਟ ਆ ਇਸ ਪੈਂਡੈਮਿਕ ਦੇ ਵਿੱਚ ਬਹੁਤ ਘੱਟ ਇਸ਼ੂ ਹੋਈਆਂ, ਪਰ ਉਹਦੇ ਤੋਂ ਬਾਅਦ ਹੁਣ ਜਦੋਂ ਸਾਰਾ ਕੁਝ ਫੇਰ ਠੀਕ ਠਾਕ ਹੋ ਗਿਆ ਤਾਂ ਇਹਦੇ ਵਿੱਚ ਫੇਰ ਵਰਤੋਂ ਜਿਹੜੀ ਗਿਣਤੀ ਵੱਧ ਗਈ ਆ। ਬਰਨਵੀ ਦੀ ਇੱਕ ਉਦਾਹਰਨ ਲਈ ਆ, RCMP ਨੇ 287 ਟਿਕਟਾਂ ਜਿਹੜੀਆਂ ਡਿਸਟਰੈਕਟਡ ਡਰਾਈਵਿੰਗ ਦੇ ਲਈ ਜਨਵਰੀ ਤੋਂ ਮਾਰਚ ਤੱਕ ਇਸ ਸਾਲ ਇਸ਼ੂ ਕੀਤੀਆਂ 287, ਤੇ ਜਿਹੜੀਆਂ 215 ਸੀਗੀਆਂ ਪਿਛਲੇ ਸਾਲ 2021 ਦੇ ਵਿੱਚ, ਤੇ 144 ਸੀਗੀਆਂ 2020 ਦੇ ਵਿੱਚ। ਸੋ ਜੇਕਰ ਇਹਨਾਂ ਮਹੀਨਿਆਂ ਦਾ ਹੀ ਅੰਕੜੇ ਦੇਖੇ ਜਾਣ ਤਾਂ 2020 'ਚ 144 ਟਿਕਟਾਂ ਸੀਗੀਆਂ, 2021 ਦੇ ਵਿੱਚ 215 ਹੋ ਗਈਆਂ, ਤੇ 2022 ਦੇ ਵਿੱਚ 287 ਟਿਕਟਾਂ ਸਾਲ ਦੇ ਪਹਿਲੇ 3 ਮਹੀਨੇ ਦੇ ਵਿੱਚ ਜਾਰੀ ਕੀਤੀ ਗਈ ਹੈ, ਜਿਹੜੇ ਸਾਫ਼ ਤੌਰ ਤੇ ਦੱਸ ਰਿਹਾ ਕਿ ਭਾਵੇਂ ਸਰਕਾਰ ਐਜੂਕੇਟ ਕਰ ਰਹੀ ਆ, ਭਾਵੇਂ ਫਾਈਨ ਵਧਾ ਦਿੱਤੇ ਗਏ, ਜੋ ਕੁਝ ਵੀ ਕਰ ਦਿੱਤਾ ਗਿਆ, ਪਰ ਇੱਦਾਂ ਦੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਆ। ਬੇਨਤੀ ਕੀ ਕਰ ਰਹੇ ਆ ਸਰਕਾਰ ਵੀ, ਪੁਲਿਸ ਵੀ, ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਚੀਜ਼ ਨੂੰ ਘਟਾਓ, ਕਿਉਂਕਿ ਇਹਦੇ ਨਾਲ ਐਕਸੀਡੈਂਟ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ। ਜਿੰਨੇ ਵੀ ਇਲੈਕਟ੍ਰੋਨਿਕ ਡਿਵਾਈਸ ਨੇ, ਸਮਾਰਟਫੋਨ ਨੇ, ਇਹਦੇ ਨਾਲ ਤੁਹਾਡੀ ਗੱਡੀ ਦੂਜੇ ਦੇ ਵਿੱਚ ਹਿੱਟ ਕਰਨ ਦੇ ਚਾਂਸਿਸ ਬਹੁਤ ਸਾਰਾ ਜਿਹੜੇ ਵੱਧ ਜਾਂਦੇ ਆ। ਜਿਹੜੀ 2020 ਦੇ ਵਿੱਚ ਡਿਸਟਰੈਕਟਡ ਡਰਾਈਵਿੰਗ ਸੀਗੀ, ਇਹ ਇੱਕ ਲੀਡਿੰਗ ਕੰਟਰੀਬਿਊਟਿੰਗ ਫੈਕਟਰ ਆ ਜਿਹੜੀਆਂ ਮੌਤਾਂ ਹੋਈਆਂ ਐਕਸੀਡੈਂਟਸ ਦੇ ਵਿੱਚ। 76 ਜਿਹੜੀਆਂ ਐਵਰੇਜ ਮੌਤਾਂ ਸਾਲ ਦੇ ਵਿੱਚ ਇਹਦੇ ਕਰਕੇ ਹੋ ਰਹੀਆਂ, ਕੀਮਤੀ ਜਾਨਾਂ ਜਾ ਰਹੀਆਂ। ਜਿੰਨੇ ਵੀ ਜਿਹੜੇ ਕ੍ਰੈਸ਼ ਹੁੰਦੇ ਉਹਦੇ 'ਚ 40% ਕ੍ਰੈਸ਼ਸ ਦੇ ਵਿੱਚ ਜਿਹਦੇ ਵਿੱਚ ਇੰਜਰੀਜ਼ ਹੁੰਦੀਆਂ ਉਹਦੇ ਵਿੱਚ ਡਿਸਟਰੈਕਟਿਵ ਡਰਾਈਵਿੰਗ ਹੁੰਦੀ ਹੈ। ਮਤਲਬ 40%, ਅੱਧੋਂ ਥੋੜ੍ਹਾ ਜਿਹਾ ਘੱਟ ਵੀ ਜਿੰਨੇ ਐਕਸੀਡੈਂਟ ਹੋਏ ਉਹ ਬਹੁਤੇ ਐਕਸੀਡੈਂਟ ਇਸ ਮੋਬਾਈਲ ਫੋਨ ਕਰਕੇ ਹੋ ਰਹੇ ਆ। ਇਹਦੇ ਬਾਰੇ ਬਹੁਤ ਸਾਰੀ ਡਿਸਟਰੈਕਟਿਵ ਡਰਾਈਵਿੰਗ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ, ਐਜੂਕੇਸ਼ਨ ਵੀ ਦਿੱਤੀ ਜਾ ਰਹੀ ਹੈ, ਪਰ ਅੰਕੜੇ ਕੁਛ ਹੋਰ ਦੱਸ ਰਿਹਾ ਕਿ ਲੋਕ ਅਜੇ ਵੀ ਇਸ ਗੱਲ ਤੋਂ ਡਰਦੇ ਨਹੀਂ। ਇਹ ਜਿਹੜੀ ਚੀਜ਼ ਆ ਇਹ ਰੁਕਣੀ ਚਾਹੀਦੀ ਹੈ, ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਇੱਕ ਤਾਂ ਤੁਹਾਡੀ ਜਾਨ ਖਤਰੇ ਦੇ ਵਿੱਚ ਆ, ਦੂਜੇ ਵਿਅਕਤੀ ਦੀ ਜਾਨ ਨੂੰ ਵੀ ਖਤਰਾ ਇਹਦੇ ਨਾਲ ਹੋ ਸਕਦਾ। ਲਾਇਬ੍ਰੇਰੀ ਵਿੱਚੋਂ ਆਪਾਂ ਬੁੱਕਸ ਇਸ਼ੂ ਕਰਵਾ ਕੇ ਲਿਆਉਂਦੇ ਹਾਂ, ਵਾਪਸ ਕਰ ਦਿੰਦੇ ਹਾਂ, ਪਰ ਕਈ ਵਾਰੀ ਕੁਛ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਜਿਹੜੀਆਂ ਇੱਕ ਖਬਰ ਬਣ ਜਾਂਦੀ ਆ। ਤੇ ਖਬਰ ਇਹ ਬਣੀ ਹੈ ਕਿ BC ਦੇ ਇੱਕ ਵਿਅਕਤੀ ਨੇ ਕਿਤਾਬ ਵਾਪਸ ਕੀਤੀ ਹੈ, ਤੇ ਉਹ ਵੀ 48 ਸਾਲ ਤੇ 107 ਦਿਨ ਬਾਅਦ। 48 ਸਾਲ ਤੇ 107 ਦਿਨ ਬਾਅਦ ਉਹਨੇ ਲਾਇਬ੍ਰੇਰੀ ਦੀ ਕਿਤਾਬ ਵਾਪਸ ਕੀਤੀ ਹੈ। ਇਸ ਕਰਕੇ ਕਈ ਅਖਬਾਰਾਂ ਦੀ ਇਹ ਸੁਰਖੀ ਬਣੀ ਆ। ਟੂਟਿੰਗ ਲਾਇਬ੍ਰੇਰੀ ਲੰਡਨ ਦੇ ਵਿੱਚ, ਯੂਨਾਈਟਿਡ ਕਿੰਗਡਮ ਦੇ ਵਿੱਚ ਇੱਕ ਉੱਥੇ ਕਿਤਾਬ ਮਿਲਦੀ ਆ, ਜਿਹੜੀ ਕਿਤਾਬ ਉੱਥੋਂ ਚੈੱਕਆਊਟ ਕੀਤੀ ਗਈ ਸੀ 19 ਫਰਵਰੀ 1974 ਨੂੰ। ਕਨਫੈਡਰੇਟ ਜਨਰਲ ਫਰੋਮ ਦਾ ਬਿਗ ਸਰ ਇਹ ਕਿਤਾਬ ਜਿਹੜੀ ਆ ਉੱਥੇ ਪਹੁੰਚਦੀ ਆ ਮੇਲ ਰਾਹੀਂ, ਤੇ ਭੇਜੀ ਹੈਗੀ ਆ ਬ੍ਰਿਟਿਸ਼ ਕੋਲੰਬੀਆ ਤੋਂ, ਪੋਰਟ ਮੂਡੀ ਤੋਂ ਇੱਕ ਵਿਅਕਤੀ ਨੇ। ਉਹ ਕਹਿੰਦੇ ਜਦੋਂ ਇੱਕ ਮਿਸਟੀਰੀਅਸ ਪੈਕੇਜ ਉਹਨਾਂ ਨੂੰ ਮਿਲਦਾ ਆ
ਤੇ ਪਤਾ ਲੱਗਦਾ ਕਿ ਪੋਰਟ ਮੂਡੀ ਤੋਂ ਆਇਆ ਆ, ਤੇ ਉਹਦੇ ਤੋਂ ਬਾਅਦ ਉਹ ਇਹਨੂੰ ਦੇਖਦੇ ਆ, ਲਾਇਬ੍ਰੇਰੀ ਸਟਾਫ ਦੇਖਦਾ ਆ, ਤੇ ਉਹਨਾਂ ਨੂੰ ਫਿਰ ਇਹ ਗੱਲ ਬਹੁਤ ਚੰਗੀ ਲੱਗਦੀ ਆ। ਜਦੋਂ ਚੰਗੀ ਲੱਗਦੀ ਆ, ਵੱਖਰੀ ਲੱਗਦੀ ਆ ਕਿ 48 ਸਾਲ ਬਾਅਦ ਵੀ ਕਿਸੇ ਵਿਅਕਤੀ ਨੇ ਕਿਤਾਬ ਵਾਪਸ ਕਰ ਦਿੱਤੀ। ਉਹਨਾਂ ਨੇ ਆਪਣੀ ਇਹ ਖਬਰ ਜਿਹੜੀ ਆ ਉਹਨੂੰ ਟਵਿੱਟਰ ਦੇ ਉੱਤੇ ਪਾਇਆ, ਤੇ ਟਵਿੱਟਰ ਤੋਂ ਬਾਅਦ ਫਿਰ ਹੌਲੀ ਹੌਲੀ ਗੱਲਬਾਤ ਪਤਾ ਲੱਗਦੀ ਇਹ ਲੱਗੀ ਆ ਕਿ ਪੋਰਟ ਮੂਡੀ ਦਾ ਵਿਅਕਤੀ ਕਿਸੇ ਵੇਲੇ ਲੰਡਨ ਦੇ ਵਿੱਚ ਰਹਿੰਦਾ ਸੀ, ਤੇ ਉੱਥੇ ਜਾ ਕੇ ਫਿਰ ਉਹਨਾਂ ਨੇ ਦੇਖਿਆ, ਹਾਲਾਂਕਿ ਉਹਨਾਂ ਨੂੰ ਇਹਦਾ ਪਤਾ ਵੀ ਨਹੀਂ ਸੀ ਕਿ ਸਭ ਤੋਂ ਵੱਧ ਲੰਬਾ ਸਮਾਂ ਕਿਹੜੀ ਕਿਤਾਬ ਇਸ਼ੂ ਗਈ ਹੈ, ਪਰ ਉਹ ਕਹਿੰਦੇ ਸਾਡੀ ਜਾਣਕਾਰੀ ਮੁਤਾਬਕ ਇਹ ਸਭ ਤੋਂ ਵੱਡਾ ਰੈਕਡ ਆ ਕਿ ਕੋਈ ਕਿਤਾਬ ਇੰਨਾ ਜ਼ਿਆਦਾ ਚਿਰ ਇਸ਼ੂ ਰਹੀ ਹੈ। ਹੁਣ ਜੇ ਉਦੋਂ ਦਾ ਫਾਈਨ ਕੈਲਕੂਲੇਟ ਕੀਤਾ ਜਾਵੇ ਤਾਂ 6000 ਪਾਊਂਡ ਬਣ ਜਾਂਦਾ ਉਸ ਵੇਲੇ ਜਦੋਂ ਇਹ ਪਬਲਿਕ ਜਿਹੜੀ ਪਬਲਿਸ਼ ਹੋਈ ਸੀ ਇਹ ਕਿਤਾਬ, ਜਾਣੀ ਕਿ $9440। ਤੇ ਜੇ ਹੁਣ ਕਿਉਂਕਿ ਕੈਪ ਆ ਉਹਦੇ ਉੱਤੇ ਜਿਹੜੀ ਰਫਲੀ ਇਹ $13 ਇਹਦੇ ਬਣਦੇ ਆ, ਪਰ ਉਹ ਕਹਿੰਦੇ ਅਸੀਂ ਹੁਣ ਵੀ ਇਹ ਜਿਹੜੇ $13 ਫਾਈਨ ਸੀਗਾ ਇਹ ਵੀ ਅਸੀਂ ਨਹੀਂ ਲਾ ਰਹੇ, ਵੇਵ ਕਰ ਰਹੇ, ਕਿਉਂਕਿ ਇਹ ਬਿਲਕੁਲ ਵੱਖਰਾ ਜਿਹਾ ਕੇਸ ਆ। ਉਹਨਾਂ ਨੇ ਨਾਲ ਚਿੱਠੀ ਭੇਜੀ ਹੈ ਜਿਹਦੇ ਵਿੱਚ ਭੇਜਣ ਵਾਲੇ ਨੂੰ ਲਿਖਿਆ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇੱਕ ਕਿਤਾਬ ਨੂੰ ਇੱਕ ਤੋਂ ਜ਼ਿਆਦਾ ਵਾਰੀ ਪੜ੍ਹਿਆ ਹੋਊਗਾ। ਥੋੜ੍ਹੇ ਸਾਲ ਪਹਿਲਾਂ ਖਬਰ ਆਈ ਸੀ ਇੱਕ ਵਿਅਕਤੀ ਨੇ BC ਲਾਇਬ੍ਰੇਰੀ ਦੇ ਵਿੱਚ 42 ਸਾਲ ਬਾਅਦ ਕਿਤਾਬ ਵਾਪਸ ਕੀਤੀ ਸੀ। ਸੋ ਜਿਹਨੇ ਇਹ ਵਿਅਕਤੀ ਨੇ ਕਿਤਾਬ ਵਾਪਸ ਕੀਤੀ ਹੈ ਇਹ ਪ੍ਰੋਵਿੰਸ਼ੀਅਲ ਕੋਰਟ ਦਾ ਜੱਜ ਆ, ਤੇ ਇਹ ਪੋਰਟ ਮੂਡੀ ਦੇ ਵਿੱਚ ਇਸ ਵੇਲੇ ਰਹਿ ਰਿਹਾ। BBC ਦੇ ਰਿਪੋਰਟਰ ਨੇ ਇਹਨੂੰ ਟਰੈਕ ਕੀਤਾ ਪੋਰਟ ਮੂਡੀ ਦੇ ਫੇਸਬੁੱਕ ਗਰੁੱਪ ਤੋਂ, ਤੇ ਉਹਦੇ ਤੋਂ ਬਾਅਦ ਦੱਸਦੇ ਕਿ ਵਿਅਕਤੀ ਇੱਕ ਦਿਨ ਕਹਿੰਦਾ ਵੀ ਮੇਰੇ ਘਰ ਦੇ ਵਿੱਚ ਬਹੁਤ ਸਾਰੇ ਮੈਗਜ਼ੀਨ ਤੇ ਬੁੱਕਸ ਪਈਆਂ ਸੀ, ਉਹਨਾਂ ਨੂੰ ਜਦੋਂ ਕੱਢਿਆ ਉਹਦੇ ਵਿੱਚੋਂ ਇੱਕ ਕਿਤਾਬ ਲੱਭੀ, ਤੇ ਕਿਤਾਬ ਉਹਨੇ ਫਿਰ ਉੱਥੇ ਵਾਪਸ ਕਰ ਦਿੱਤੀ। ਇਹ ਕਿਤਾਬ ਉਸ ਵੇਲੇ ਇਸ਼ੂ ਕਰਵਾਈ ਸੀ ਜਦੋਂ ਇਹ ਉੱਥੇ ਲੰਡਨ ਦੇ ਵਿੱਚ ਰਹਿੰਦੇ ਸੀ। ਇਹ ਖਬਰ ਆਪਣੇ ਆਪ ਦੇ ਵਿੱਚ ਬਹੁਤ ਦਿਲਚਸਪ ਤੇ ਜਿਹੜੀ ਚਰਚਾ ਦੇ ਵਿੱਚ ਆ ਕਿ 48 ਸਾਲ ਬਾਅਦ ਇੱਕ ਵਿਅਕਤੀ ਕਿਤਾਬ ਵਾਪਸ ਕਰ ਰਿਹਾ। ਵਾਧੀਆਂ ਵਿਆਜ ਦਰਾਂ ਉੱਤੇ ਰੋਜ਼ ਹੀ ਗੱਲਬਾਤ ਹੁੰਦੀ ਹੈ। ਵਾਧੀਆਂ ਵਿਆਜ ਦਰਾਂ ਦਾ ਅਸਰ ਹਰ ਚੀਜ਼ ਦੇ ਉੱਤੇ ਪਿਆ। ਗਰੋਸਰੀ ਵੀ ਅੱਪ ਜਾ ਰਹੀਆਂ ਇਸ ਵੇਲੇ, ਸਾਰੀ ਜਿਹੜੀ ਮਹਿੰਗਾਈ ਆ ਉੱਤੇ ਜਾ ਰਹੀ ਹੈ। ਇਹਨੂੰ ਰੋਕਣ ਦੇ ਲਈ ਵਿਆਜ ਦਰਾਂ ਨੂੰ ਵਧਾਇਆ ਗਿਆ। ਵਿਆਜ ਦਰਾਂ ਨੂੰ ਵਧਣ ਦੇ ਨਾਲ ਜਿਹੜੇ ਹੋਮ ਓਨਰ ਨੇ ਇਹਨਾਂ ਦੇ ਉੱਤੇ ਕੀ ਅਸਰ ਪਿਆ, ਇਹਦਾ ਇੱਕ ਸਰਵੇ ਕੀਤਾ ਗਿਆ। ਜਿਹੜਾ ਸਰਵੇ ਇਹ ਦੱਸ ਰਿਹਾ ਕਿ 4 ਦੇ ਵਿੱਚੋਂ 1 ਵਿਅਕਤੀ ਜਿਹੜਾ ਘਰ ਇਸ ਵੇਲੇ ਓਨ ਕਰਦਾ ਆ, ਉਹ ਕਹਿ ਰਿਹਾ ਕਿ ਜੇ ਵਿਆਜ ਹੋਰ ਵੱਧ ਗਏ ਤਾਂ ਉਹ ਆਪਣਾ ਘਰ ਵੇਚ ਦੇਊਗਾ ਜਾਂ ਉਹਨੂੰ ਆਪਣਾ ਘਰ ਵੇਚਣ ਲਈ ਮਜਬੂਰ ਹੋਣਾ ਪਊਗਾ। 4 ਦੇ ਵਿੱਚੋਂ 1 ਵਿਅਕਤੀ, ਬਹੁਤ ਵੱਡੀ ਇਹ ਜਿਹੜੀ ਗਿਣਤੀ ਦੱਸੀ ਜਾ ਰਹੀ ਆ। ਮੈਨੂਲਾਈਫ ਬੈਂਕ ਆਫ ਕੈਨੇਡਾ ਦਾ ਇੱਕ ਸਰਵੇ ਆ। ਇਹ ਸਰਵੇ April 14 ਤੋਂ ਲੈ ਕੇ April 20 ਦੇ ਵਿੱਚ ਕੰਡਕਟ ਕੀਤਾ ਗਿਆ, ਜਿਹਦੇ ਵਿੱਚ 18% ਹੋਮ ਓਨਰ ਜਿਹੜੇ ਪੋਲ ਕੀਤੇ ਗਏ ਉਹ ਪਹਿਲਾਂ ਹੀ ਇੱਕ ਸਟੇਜ ਦੇ ਉੱਤੇ ਪਹੁੰਚ ਚੁੱਕੇ ਸੀ ਕਿ ਉਹ ਕਹਿੰਦੇ ਅਸੀਂ ਆਪਣਾ ਘਰ ਅਫੋਰਡ ਨਹੀਂ ਕਰ ਸਕਦੇ। 5 ਦੇ ਵਿੱਚੋਂ 1 ਕੈਨੇਡੀਅਨ ਇਹ ਕਹਿ ਰਿਹਾ ਕਿ ਜਿਹੜਾ ਰਾਈਜ਼ਿੰਗ ਇੰਟਰਸਟ ਰੇਟ ਆ ਉਹਦਾ ਸਿਗਨੀਫੀਕੈਂਟ ਨੈਗੇਟਿਵ ਇੰਪੈਕਟ ਉਹਨਾਂ ਦੀ ਓਵਰਆਲ ਮੌਰਗੇਜ ਦੇ ਉੱਤੇ ਪਿਆ, ਵੀ ਜਿਹਦਾ ਅਸਰ ਉਹਨਾਂ ਨੂੰ ਦੇਖਣ ਨੂੰ ਮਿਲ ਰਿਹਾ। ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਆ ਉਹ ਉਹਨਾਂ ਦੀ ਖਰਾਬ ਹੋ ਗਈ ਆ। ਅੱਧੇ ਤੋਂ ਜ਼ਿਆਦਾ ਜਿਹੜੇ ਲੋਕ ਇਸ ਵੇਲੇ ਇਸ ਤਰ੍ਹਾਂ ਮਹਿਸੂਸ ਕਰਦੇ ਆ ਕਿ ਉਹ ਇਹਨਾਂ ਵੱਧਦੇ ਰੇਟਾਂ ਦੇ ਲਈ ਤਿਆਰ ਨਹੀਂ। ਇਨਫਲੇਸ਼ਨ, ਇਨਕਰੀਜ਼ਿੰਗ ਜਿਹੜੇ ਹਾਊਸ ਪ੍ਰਾਈਸਿਸ ਨੇ ਸਾਰਿਆਂ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ। ਸਰਵੇ ਦੇ ਵਿੱਚੋਂ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਸਾਹਮਣੇ ਆਈਆਂ। ਇਹ ਵੀ ਗੱਲਬਾਤ ਸਾਹਮਣੇ ਆਈ ਆ ਕਿ 1/3 ਕੈਨੇਡੀਅਨ ਇਸ ਗੱਲ ਨੂੰ ਮੰਨਦੇ ਆ ਕਿ ਉਹਨਾਂ ਨੂੰ ਇਹ ਗੱਲ ਸਮਝ ਹੀ ਨਹੀਂ ਆਉਂਦੀ ਕਿ ਇਹ ਇਨਫਲੇਸ਼ਨ ਤੇ ਇੰਟਰਸਟ ਰੇਟ ਦਾ ਆਪਸ ਦੇ ਵਿੱਚ ਸੰਬੰਧ ਕੀ ਆ ਜਾਂ ਇਹ ਕੰਮ ਕਿੱਦਾਂ ਕਰਦੇ ਆ। ਜਿਹੜਾ ਬਾਰ-ਬਾਰ ਜ਼ਿਕਰ ਕੀਤਾ ਜਾਂਦਾ ਕਿ ਜੀ ਮਹਿੰਗਾਈ ਨੂੰ ਰੋਕਣ ਦੇ ਲਈ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ। 1/3 ਕੈਨੇਡੀਅਨ ਕਹਿੰਦੇ ਆ ਕਿ ਸਾਨੂੰ ਨਹੀਂ ਸਮਝ ਆਉਂਦਾ ਇਹ ਕੀ ਆ, ਤੇ ਨਾ ਹੀ ਉਹ ਕਹਿੰਦੇ ਸਾਡੇ ਕੋਲ ਕੋਈ ਫਾਈਨੈਂਸ਼ੀਅਲ ਪਲਾਨ ਆ, ਪਰ ਇਹ ਚੀਜ਼ਾਂ ਉਹਨਾਂ ਨੂੰ ਪਰੇਸ਼ਾਨ ਜ਼ਰੂਰ ਕਰ ਚੁੱਕੀਆਂ। ਸਰਵੇ ਦੇ ਵਿੱਚ ਇਹ ਵੀ ਗੱਲਬਾਤ ਸਾਹਮਣੇ ਆ ਰਹੀ ਆ ਕਿ ਜਿਹੜੇ 2/3 ਕੈਨੇਡੀਅਨਸ ਨੇ ਉਹ ਹੋਮ ਓਨਰਸ਼ਿਪ ਨੂੰ ਹੁਣ ਅਫੋਰਡੇਬਲ ਆਪਣੀ ਕਮਿਊਨਿਟੀ ਦੇ ਹਿਸਾਬ ਨਾਲ ਨਹੀਂ ਸਮਝ ਰਹੇ। ਅੱਧੇ ਤੋਂ ਜ਼ਿਆਦਾ ਕੈਨੇਡੀਅਨ ਕਹਿ ਰਹੇ ਆ ਕਿ ਉਹ ਜੇ ਕੋਈ ਵੀ ਅਣਚਾਹਿਆ ਖਰਚਾ ਉਹਨਾਂ ਦੇ ਉੱਤੇ ਆ ਪਿਆ, ਭਾਵ ਸਰਪ੍ਰਾਈਜ਼ ਐਕਸਪੈਂਸ, ਕੋਈ ਵੀ ਇਹੋ ਜਿਹਾ ਖਰਚਾ ਜਿਹੜਾ ਉਹਨਾਂ ਦੇ ਪਹਿਲਾਂ ਗਿਣਤੀ ਮਿਣਤੀ ਦੇ ਵਿੱਚ ਨਹੀਂ ਸੀ, ਤਾਂ ਉਹਨਾਂ ਦੇ ਉੱਤੇ ਸੰਕਟ ਪੈਦਾ ਹੋ ਜਾਊਗਾ। ਬਹੁਤਿਆਂ ਨੇ ਇਹ ਵੀ ਗੱਲ ਕਹੀ ਆ ਕਿ ਉਹ ਸਮਰ ਵਕੇਸ਼ਨ ਪਲਾਨਸ ਨੂੰ ਦੁਬਾਰਾ ਸੋਚ ਰਹੇ ਆ ਅਫੋਰਡੇਬਿਲਟੀ ਕੰਸਰਨ ਬਾਰੇ ਕਿ ਸਾਨੂੰ ਕਿਤੇ ਜਾਣਾ ਚਾਹੀਦਾ ਜਾਂ ਕਿਤੇ ਨਹੀਂ ਜਾਣਾ ਚਾਹੀਦਾ। ਪਿਛਲੇ ਕੁਝ ਸਾਲਾਂ ਦੇ ਵਿੱਚ ਹਾਊਸਿੰਗ ਮਾਰਕੀਟ ਦੇ ਵਿੱਚ ਇੱਕ ਬਹੁਤ ਵੱਡੀ ਸ਼ਿਫਟ ਦੇਖਣ ਨੂੰ ਮਿਲੀ ਆ, ਪਰ ਹੁਣ ਇਹ ਕਹਿਣਾ ਕਿ ਲਗਭਗ ਚੌਥਾ ਹਿੱਸਾ ਲੋਕ ਇਹ ਕਹਿਣ ਲੱਗ ਪਏ ਆ ਕਿ ਸਾਨੂੰ ਘਰ ਵੇਚਣਾ ਪਊਗਾ ਜੇ ਇੱਕ ਵਾਰੀ ਹੋਰ ਇੰਟਰਸਟ ਰੇਟ ਵੱਧ ਗਿਆ। ਤੇ ਇਹ ਗੱਲ ਪੱਕੀ ਆ, ਜਿਹੜੇ ਮਾਹਰ ਇਸ ਵੇਲੇ ਦੱਸ ਰਹੇ ਆ ਕਿ ਇੰਟਰਸਟ ਰੇਟ ਅਜੇ ਵੀ ਹੋਰ ਵਧਣੇ ਆ। ਸੋ ਇਹ ਇਨਫਲੇਸ਼ਨ ਦਾ ਪੇਸ ਲਗਭਗ 6.8% ਦੇ ਉੱਤੇ ਅਪ੍ਰੈਲ ਦੇ ਵਿੱਚ ਚਲਾ ਗਿਆ ਸੀ, ਤੇ ਲਗਾਤਾਰ ਪਿਛਲੇ 31 ਸਾਲਾਂ ਦੇ ਵਿੱਚ ਇੰਨੀਆਂ ਕੀਮਤਾਂ ਨਹੀਂ ਵਧੀਆਂ। ਇਸ ਵੇਲੇ ਇੰਟਰਸਟ ਰੇਟ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਰਹੇ ਆ। ਲੋਕ ਅਫੋਰਡ ਕਰ ਸਕਦੇ ਆ
ਜਾਂ ਅਫੋਰਡ ਨਹੀਂ ਕਰ ਸਕਦੇ, ਜਿਹੜੇ ਹਾਇਰ ਇੰਟਰਸਟ ਰੇਟ ਆ ਉਹ ਕਿੰਨੀ ਕੁ ਇਸ ਮਹਿੰਗਾਈ ਨੂੰ ਕਾਬੂ ਦੇ ਵਿੱਚ ਕਰ ਸਕਦੇ ਆ। ਨਤੀਜੇ ਸਾਫ਼ ਤੌਰ ਦੇ ਉੱਤੇ ਵੱਧਦੇ ਇੰਟਰਸਟ ਰੇਟ ਦੇ ਘਰਾਂ ਦੀਆਂ ਕੀਮਤਾਂ ਤੇ ਘਰਾਂ ਦੀ ਸੇਲ ਦੇ ਉੱਤੇ ਪਤਾ ਲੱਗ ਰਹੇ ਆ। ਜਿਹੜੇ ਨਵੇਂ ਨੰਬਰ ਇਸ ਵੇਲੇ ਆਏ ਆ ਬ੍ਰਿਟਿਸ਼ ਕੋਲੰਬੀਆ ਰੀਅਲ ਸਟੇਟ ਐਸੋਸੀਏਸ਼ਨ BCRA ਤੋਂ ਇਹ ਕਨਫਰਮ ਕਰ ਰਹੇ ਆ ਕਿ ਜਿੱਦਾਂ ਜਿੱਦਾਂ ਮੌਰਗੇਜ ਦਾ ਵਿਆਜ ਵਧੀ ਜਾਂਦਾ ਉੱਦਾਂ ਜਿਹੜੀ ਘਰਾਂ ਦੀ ਮਾਰਕੀਟ ਆ ਉਹ ਹੌਲੀ ਹੋਈ ਜਾਂਦੀ ਆ। ਰੈਜ਼ੀਡੈਂਸ਼ੀਅਲ ਸੇਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 35% ਮਈ ਦੇ ਵਿੱਚ ਘਟੀ ਆ, 35.1% ਮਈ ਦੇ ਵਿੱਚ ਘਟੀ ਆ ਜੇਕਰ ਇਹਨੂੰ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ। ਐਵਰੇਜ 5 ਈਅਰ ਫਿਕਸਡ ਮੌਰਗੇਜ ਰੇਟ ਇਸ ਵੇਲੇ 4.49 ਦੇ ਨੇੜੇ ਆ, ਜਿਹੜਾ 2009 ਤੋਂ ਬਾਅਦ ਪਹਿਲੀ ਵਾਰ ਇੱਥੇ ਤੱਕ ਪਹੁੰਚਿਆ ਆ। BCRA ਇਹ ਵੀ ਗੱਲ ਦੱਸ ਰਹੇ ਆ ਹੁਣ ਇਹਦੀ ਸੇਲ ਦੇ ਵਿੱਚ 35% ਕਮੀ ਇਹ ਘਰਾਂ ਦੀਆਂ ਕੀਮਤਾਂ ਨੂੰ ਕਿੰਨੇ ਕੁ ਪਰਸੈਂਟ ਥੱਲੇ ਲਿਆ ਸਕਦੀ ਆ, ਇਹਦੇ ਵਿੱਚ ਕਿੰਨਾ ਕੁ ਕੁਛ ਹੋ ਸਕਦਾ ਆ ਤੇ ਇਹਦਾ ਕੀ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਫੋਰਡ ਕਰ ਸਕਣਗੇ ਜਾਂ ਇਹ ਸਿਰਫ ਇੱਕ ਵਕਤੀ ਤੌਰ ਦੇ ਉੱਤੇ ਚੇਂਜ ਆ, ਕਿਉਂਕਿ ਘਰਾਂ ਦੀ ਸਪਲਾਈ ਓਨੀ ਨਹੀਂ ਆ ਜਿੰਨੀ ਡਿਮਾਂਡ ਆ। ਹੋ ਸਕਦਾ ਕਿ ਮਾਰਕੀਟ ਫੇਰ ਪਹਿਲਾਂ ਵਾਂਗੂ ਉੱਪਰ ਵੱਲੋਂ ਜਾਣਾ ਸ਼ੁਰੂ ਕਰ ਦੇਵੇ। ਫ੍ਰੈਂਚ ਭਾਸ਼ਾ ਦਾ ਮਸਲਾ, ਕੈਨੇਡਾ ਦੇ ਵਿੱਚ ਅੰਗਰੇਜ਼ੀ ਦੇ ਨਾਲ ਫ੍ਰੈਂਚ ਭਾਸ਼ਾ ਦੇ ਵਿੱਚ ਸਰਵਿਸਿਜ਼ ਹੁੰਦੀਆਂ ਤੇ ਕੁਬੈਕ ਉਹ ਸੂਬਾ ਆ ਕੈਨੇਡਾ ਦਾ ਜਿੱਥੇ ਫ੍ਰੈਂਚ ਬੋਲਣ ਵਾਲੇ ਬਹੁਤ ਗਿਣਤੀ ਦੇ ਵਿੱਚ ਆ, ਜਾਂ ਇੱਦਾਂ ਕਹਿ ਲਓ ਫ੍ਰੈਂਚ ਭਾਸ਼ਾ ਨੂੰ ਉੱਥੇ ਤਰਜੀਹ ਦਿੱਤੀ ਜਾਂਦੀ ਹੈ। ਕੁਬੈਕ ਜਿਹੜਾ ਆ ਉਹ ਉੱਥੇ PR ਲੋਕਾਂ ਨੂੰ ਕਈ ਵਾਰੀ ਸੌਖੀ ਮਿਲ ਜਾਂਦੀ ਹੈ ਤੇ ਜਿਹੜੀ PR ਮਿਲਣ ਦੇ ਪ੍ਰੋਸੈਸ ਦੇ ਵਿੱਚ ਫ੍ਰੈਂਚ ਭਾਸ਼ਾ ਦਾ ਬਹੁਤ ਵੱਡਾ ਰੋਲ ਆ। ਜਦੋਂ ਤੁਸੀਂ ਅਪਲਾਈ ਕਰਦੇ ਆ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਤਾਂ ਉਹਦੇ ਵਿੱਚ ਕਈ ਪੁਆਇੰਟ ਹੁੰਦੇ ਆ, ਉਹਨਾਂ ਪੁਆਇੰਟਸ ਦੇ ਵਿੱਚ ਫ੍ਰੈਂਚ ਭਾਸ਼ਾ ਦੇ ਵੀ ਕੁਝ ਪੁਆਇੰਟ ਨੇ। ਜਿਸ ਵਿਅਕਤੀ ਨੂੰ ਫ੍ਰੈਂਚ ਭਾਸ਼ਾ ਆਉਂਦੀ ਆ ਉਹਨੂੰ ਉਹਦੇ 'ਚ ਫਾਇਦਾ ਹੁੰਦਾ ਹੈ ਤੇ ਉਹ ਜਲਦੀ ਪੱਕਾ ਹੋ ਜਾਂਦਾ। ਜਿਹੜਾ ਕੁਬੈਕ ਦੇ ਵਿੱਚ ਦੱਸਦੇ ਆ ਕਿ 71,000 ਪਰਮਾਨੈਂਟ ਰੈਜ਼ੀਡੈਂਟ ਉਹਨਾਂ ਨੇ 2022 ਦੇ ਵਿੱਚ ਹੋਰ ਲੈਣਾ ਆ, ਕਿਉਂਕਿ 2022 ਤੋਂ ਬਾਅਦ ਉੱਥੇ ਜਿਹੜੇ PR ਦੀ ਗਿਣਤੀ ਦੇ ਵਿੱਚ 25,000 ਦੇ ਨੇੜੇ ਕਮੀ ਆ ਗਈ ਆ। ਉਹ ਜਿਹੜੇ ਘੱਟ ਲੋਕ ਨੇ ਉੱਥੇ PR ਲੈ ਰਹੇ ਨੇ ਇਸ ਵੇਲੇ। 2018 ਤੋਂ ਬਾਅਦ ਨਵੇਂ ਆਉਣ ਵਾਲੇ ਬੰਦੇ ਕੁਬੈਕ ਦੇ ਵਿੱਚ ਘੱਟ PR ਲੈ ਰਹੇ ਨੇ ਤੇ ਕਈ ਵਾਰੀ ਜਿਹੜੇ ਉੱਥੇ PR ਲੈ ਲੈਂਦੇ ਨੇ ਉਹਦੇ ਤੋਂ ਬਾਅਦ ਉਹ ਪ੍ਰੋਵਿੰਸ ਨੂੰ ਛੱਡ ਕੇ ਚਲੇ ਜਾਂਦੇ ਆ ਤੇ ਉੱਥੇ ਹੁਣ ਇਸ ਗੱਲ ਦੀ ਜਿਹੜੀ ਕਮੀ ਵੀ ਆ ਰਹੀ ਆ। ਕੈਨੇਡਾ ਦੀ ਟੋਟਲ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸ਼ੇਅਰ ਉੱਥੇ ਘਟਿਆ 12% ਦੇ ਕਰੀਬ ਤੇ ਫਿਰ ਇਹ ਅਜੇ ਵੀ ਘਟਣਾ ਜਾਰੀ ਆ। ਇਸ ਘਟਣ ਦੇ ਵਿੱਚ ਕਈ ਸਮੱਸਿਆਵਾਂ ਨੇ ਉੱਥੇ, ਜਿਨ੍ਹਾਂ ਦੇ ਵਿੱਚੋਂ ਕੁਝ ਲਾਜ਼ ਨੇ, ਜਿਵੇਂ ਉਹਨਾਂ ਦੇ ਕੁਝ ਜਿਹੜੇ ਕਾਨੂੰਨ ਨੇ ਬਿਲਕੁਲ ਵੱਖਰੇ ਨੇ। ਜਿਵੇਂ ਇੱਕ ਕਾਨੂੰਨ ਉੱਥੇ ਇਹ ਆ ਕਿ ਤੁਸੀਂ ਸਰਕਾਰੀ ਨੌਕਰੀ ਕਰਦੇ ਕੋਈ ਵੀ ਧਾਰਮਿਕ ਚਿੰਨ੍ਹ ਨਹੀਂ ਪਾ ਸਕਦੇ, ਤੁਸੀਂ ਕਿਸੇ ਵੀ ਧਾਰਮਿਕ ਚਿੰਨ੍ਹ ਦੇ ਨਾਲ ਉੱਥੇ ਕੁਝ ਨੌਕਰੀਆਂ ਦੇ ਵਿੱਚ ਨਹੀਂ ਜਾ ਸਕਦੇ। ਤੇ ਦੂਜੀ ਗੱਲ ਹੁਣ ਜਿਹੜੀ ਆ ਕਿ ਉੱਥੇ ਬਹੁਤੀਆਂ ਸਰਵਿਸਿਜ਼ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹ ਫ੍ਰੈਂਚ ਭਾਸ਼ਾ ਦੇ ਵਿੱਚ ਦਿੱਤੀਆਂ ਜਾ ਰਹੀਆਂ ਤੇ ਹੁਣ ਫ੍ਰੈਂਚ ਭਾਸ਼ਾ ਸਾਰਿਆਂ ਨੂੰ ਆਉਂਦੀ ਨਹੀਂ ਤੇ ਨਵੇਂ ਆਏ ਬੰਦੇ ਨੂੰ ਏਡੀ ਜਲਦੀ ਫ੍ਰੈਂਚ ਭਾਸ਼ਾ ਆ ਵੀ ਨਹੀਂ ਸਕਦੀ। ਜਿਹੜੇ ਉੱਥੇ ਕੁਬੈਕ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਆ ਉਹ ਇਹਨਾਂ ਗੱਲਾਂ ਤੋਂ ਪਰੇਸ਼ਾਨ ਵੀ ਨੇ ਤੇ ਹੁਣ ਪਰ ਜਿਹੜੇ ਕੁਬੈਕ ਸਰਕਾਰ ਆ ਉੱਥੇ ਦੀ ਉਹ ਸਿੱਧਾ ਫ੍ਰੈਂਚ ਭਾਸ਼ਾ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ। ਉਹਨਾਂ ਦਾ ਕਹਿਣਾ ਇਹ ਆ ਕਿ ਜਿਹੜੀ ਫ੍ਰੈਂਚ ਭਾਸ਼ਾ ਹੈ ਬਹੁਤ ਵਲਨੈਰੇਬਲ ਆ, ਵੀ ਇਹ ਖਤਰੇ ਦੇ ਉੱਤੇ ਆ ਤੇ ਇਹਨੂੰ ਅਸੀਂ ਬਚਾਉਣਾ ਜ਼ਰੂਰ ਆ। ਤੇ ਖਾਸ ਕਰਕੇ ਇੱਥੇ ਨਾਰਥ ਅਮਰੀਕਾ ਦੇ ਵਿੱਚ ਜਿੱਥੇ ਮੋਸਟਲੀ ਇੰਗਲਿਸ਼ ਬੋਲੀ ਜਾਂਦੀ ਆ, ਇੱਥੇ ਅਸੀਂ ਇਹਨੂੰ ਬਚਾਵਾਂਗੇ। ਇਹ ਉਹਨਾਂ ਨੇ ਜਿਹੜੀ ਬਲਾਕ ਵਿਕਵਾ ਪਾਰਟੀ ਆ ਉਹਨਾਂ ਨੇ ਜਿਹੜੀ ਇਲੈਕਸ਼ਨ ਸੀ ਇਹ ਤੋਂ ਪਹਿਲਾਂ ਇਹ ਵੀ ਗੱਲਬਾਤ ਕਹੀ ਸੀ, ਫ੍ਰੈਂਚ ਭਾਸ਼ਾ ਨੂੰ ਬਚਾਉਣਾ ਉਹਨਾਂ ਦਾ ਇੱਕ ਵੱਡਾ ਮੁੱਦਾ ਵੀ ਸੀਗਾ। ਤੇ ਹੁਣ ਜਦੋਂ ਉੱਥੋਂ ਫਿਰ ਉਹ ਫ੍ਰੈਂਚ ਭਾਸ਼ਾ ਨੂੰ ਬਚਾਉਣ ਦੇ ਲਈ ਕੁਛ ਇੱਦਾਂ ਦੀਆਂ ਜਿਹੜੇ ਕਾਨੂੰਨ ਲਾਗੂ ਕਰ ਰਹੇ ਆ ਜਿਹਦੇ ਨਾਲ ਲੋਕ ਉੱਥੋਂ ਕਿਤੇ ਨਾ ਕਿਤੇ ਜਾ ਰਹੇ ਆ। ਕੁਛ ਗੱਲਾਂ ਇਹ ਵੀ ਸਾਹਮਣੇ ਆਈਆਂ ਪਿਛਲੇ ਸਮੇਂ ਦੇ ਵਿੱਚ ਕਿ ਕੁਬੈਕ ਸਰਕਾਰ ਨੇ ਇੱਕ ਰਿਪੋਰਟ ਤਿਆਰ ਕਰਵਾਈ ਸੀ ਤੇ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਸੀ ਕਿ 6 ਮਹੀਨਿਆਂ ਦੇ ਵਿੱਚ ਨਵਾਂ ਆਇਆ ਬੰਦਾ ਫ੍ਰੈਂਚ ਭਾਸ਼ਾ ਨਹੀਂ ਸਿੱਖ ਸਕਦਾ। 2019 ਦੇ ਵਿੱਚ ਇੱਕ ਉਹਨਾਂ ਨੇ ਕਹਿੰਦੇ ਆਪ ਅਧਿਐਨ ਕਰਾਇਆ ਸੀ ਸਰਕਾਰ ਨੇ ਤੇ 2021 ਦੇ ਵਿੱਚ 2 ਸਾਲਾਂ ਬਾਅਦ ਇਹ ਰਿਪੋਰਟ ਸਾਹਮਣੇ ਆ ਗਈ ਸੀ। ਇੱਕ ਬੜਾ ਕੰਟਰੋਵਰਸ਼ੀਅਲ ਬਿੱਲ ਆ ਉੱਥੇ ਦਾ ਬਿੱਲ 96 ਤੇ ਬਿੱਲ 96 ਨੂੰ ਲਾਗੂ ਕਰਨ ਤੋਂ ਪਹਿਲਾਂ ਇਹ ਰਿਪੋਰਟ ਕਹਿੰਦੇ ਸਰਕਾਰ ਦੇ ਕੋਲ ਆ ਚੁੱਕੀ ਸੀ, ਪਰ ਸਰਕਾਰ ਨੇ ਇਹ ਰਿਪੋਰਟ ਬਾਰੇ ਲੋਕਾਂ ਨੂੰ ਦੱਸਿਆ ਨਹੀਂ। ਤੇ ਇੱਕ ਜਿਹੜਾ CBC ਨਿਊਜ਼ ਆ ਉਹਨਾਂ ਨੇ ਜਿਹੜੀ ਐਕਸੈਸ ਟੂ ਇਨਫੋਰਮੇਸ਼ਨ ਦੇ ਅਧਿਕਾਰ ਤਹਿਤ ਰਿਪੋਰਟ ਦੱਸਦੇ ਆ ਕਿ ਲਈ ਆ। ਰਿਸਰਚਰਾਂ ਨੇ ਉਹ ਜਿਹੜੀ ਰਿਪੋਰਟ ਸੀਗੀ ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨਵੇਂ ਬ੍ਰਿਟਿਸ਼ ਉੱਥੇ ਮਾਫੀ ਚਾਹੁੰਦੇ ਕੁਬੈਕ ਦੇ ਵਿੱਚ ਰਹਿਣ ਆਏ ਸੀ ਉਹਨਾਂ ਨੂੰ ਇੰਟਰਵਿਊ ਕੀਤਾ। ਬਹੁਤ ਸਾਰੇ ਉਹਨਾਂ ਦੇ ਵਿੱਚ ਲੋਕ ਸੀਰੀਆ, ਅਫਗਾਨਿਸਤਾਨ, ਪਾਕਿਸਤਾਨ ਜਾਂ ਹੋਰ ਥਾਵਾਂ ਦੇ ਤੋਂ ਆਏ ਸੀ। ਇੰਟਰਵਿਊ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ
ਕਿ ਜਿਹਨਾਂ ਲੋਕਾਂ ਦੀ ਕੋਈ ਐਜੂਕੇਸ਼ਨ ਕੁਆਲੀਫਿਕੇਸ਼ਨ ਜਾਂ ਐਜੂਕੇਸ਼ਨ ਬੈਕਗਰਾਊਂਡ ਨਹੀਂ ਆ ਉਹਨਾਂ ਨੂੰ ਫ੍ਰੈਂਚ ਭਾਸ਼ਾ ਕਿਸ ਤਰ੍ਹਾਂ ਸਿਖਾਈ ਜਾਵੇ। ਪਰ ਸਮੱਸਿਆ ਇਹ ਸੀ ਕਿ ਉਹਨਾਂ ਲੋਕਾਂ ਨੂੰ ਤਾਂ ਆਪਣੀ ਭਾਸ਼ਾ ਵੀ ਪੜ੍ਹਨੀ ਨਹੀਂ ਆਉਂਦੀ ਸੀ। ਸੋ ਅਲਟੀਮੇਟਲੀ ਇਸ ਰਿਪੋਰਟ ਦੇ ਵਿੱਚ ਕਿਹਾ ਕੀ ਗਿਆ ਸੀ ਕਿ ਨਵਾਂ ਬੰਦਾ 6 ਮਹੀਨਿਆਂ ਦੇ ਵਿੱਚ ਇਹ ਭਾਸ਼ਾ ਜਿਹੜਾ ਆ ਉਹ ਨਹੀਂ ਸਿੱਖ ਸਕਦਾ। ਉਹਦੇ ਤੋਂ ਬਾਅਦ ਬਿੱਲ 96 ਆ ਜਾਂਦਾ ਤੇ ਜਿਹੜਾ ਲੋਕਾਂ ਨੂੰ ਬਹੁਤ ਹੈਰਾਨ ਵੀ ਕਰਦਾ ਹੈ ਕਿ ਉਸ ਰਿਪੋਰਟ ਨੂੰ ਨਜ਼ਰਅੰਦਾਜ਼ ਕਰਕੇ ਬਿੱਲ ਜਿਹੜਾ ਸਾਹਮਣੇ ਕਿੱਦਾਂ ਲੈ ਆਂਦਾ। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਸ ਗੱਲ ਦੇ ਵਿਰੁੱਧ ਨੇ। ਕੁਝ ਲੋਕ ਚਾਹੁੰਦੇ ਆ ਕਿ ਫ੍ਰੈਂਚ ਭਾਸ਼ਾ ਜ਼ਿਆਦਾ ਹੋਵੇ, ਪਰ ਕਈ ਲੋਕ ਜਿਹੜੇ ਉੱਥੇ ਜਿਹੜਾ ਉਹ ਇਸ ਗੱਲ ਦੇ ਖਿਲਾਫ ਵੀ ਆ ਕਿ ਜਿਹੜੀਆਂ ਉੱਥੇ ਦੀਆਂ ਕੁਝ ਨੀਤੀਆਂ ਲਾਗੂ ਜਿਹੜੀਆਂ ਕੀਤੀਆਂ ਜਾ ਰਹੀਆਂ। ਹਾਲਾਂਕਿ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਵੀ ਕਈ ਜਿਹੜੀ ਕਨਫਿਊਜ਼ਨ ਆ। ਇਹ ਕਾਨੂੰਨ ਫ੍ਰੈਂਚ ਭਾਸ਼ਾ ਨੂੰ ਪ੍ਰਮੋਟ ਕਰਦਾ ਹੈ। ਭਾਵ ਇਹ ਆ ਕਿ ਜਿਹੜਾ ਪ੍ਰੋਵਿੰਸ ਦੇ ਵਿੱਚ ਦਫ਼ਤਰੀ ਪੱਤਰ ਵਿਹਾਰ ਆ ਅੰਗਰੇਜ਼ੀ ਤੇ ਫ੍ਰੈਂਚ ਵਿੱਚ ਹੋਣ ਦੀ ਥਾਂ ਦੇ ਉੱਤੇ ਇਕੱਲਾ ਫ੍ਰੈਂਚ ਵਿੱਚ ਹੋਊਗਾ। ਤੇ ਜਿਹੜਾ ਇਹ ਕਾਨੂੰਨ ਤਹਿਤ ਹੁਣ ਜਿਹੜੇ ਕਿਊਬਿਕ ਵਾਸੀ ਆ ਉਹ ਪ੍ਰੋਵਿੰਸ ਦੇ ਵਿੱਚ ਐਜੂਕੇਸ਼ਨ ਜਿਹੜੀਆਂ ਹੋਰ ਸਰਵਿਸਿਜ਼ ਆ ਉਹ ਜਾਣਨ ਦੇ ਲਈ ਉੱਥੇ ਰਹਿਣ ਵਾਲੇ ਬੰਦੇ ਨੂੰ ਫ੍ਰੈਂਚ ਭਾਸ਼ਾ ਆਉਣੀ ਜ਼ਰੂਰੀ ਆ। ਤੇ ਜੇ ਉਹਨੂੰ ਨਹੀਂ ਆਉਂਦੀ ਤਾਂ ਕੁਦਰਤੀ ਤੌਰ 'ਤੇ ਫਿਰ ਉਹ ਉਹਦੇ ਵਿੱਚ ਨਹੀਂ ਆਊਗਾ। ਹਾਲਾਂਕਿ ਕੁਛ ਜਿਹੜੀਆਂ ਸਿਹਤ ਵਾਲੇ ਡਿਪਾਰਟਮੈਂਟ ਆ ਉਹਦੇ ਵਿੱਚ ਛੋਟ ਦਿੱਤੀ ਗਈ ਆ, ਪਰ ਅਲਟੀਮੇਟਲੀ ਉਹਨਾਂ ਦਾ ਕਹਿਣਾ ਇਹ ਆ ਕਿ ਅਸੀਂ ਅੰਗਰੇਜ਼ੀ ਨੂੰ ਖਤਮ ਕਰਕੇ ਇੱਥੇ ਇਕੱਲੀ ਫ੍ਰੈਂਚ ਭਾਸ਼ਾ ਜਿਹੜੀ ਆ ਉਹ ਲੈ ਕੇ ਆਵਾਂਗੇ। ਜਿਹਦੇ ਪਿੱਛੇ ਵੱਡਾ ਰੌਲਾ ਜਿਹੜਾ ਇਹ ਸਾਰੇ ਕੁਛ ਦੇ ਵਿੱਚ ਪਿਆ ਆ ਕਿ ਇਹ ਕਾਨੂੰਨ ਨਵੇਂ ਬੰਦੇ ਲਈ ਕਿੰਨਾ ਕੁ ਸੌਖਾ ਆ ਜਾਂ ਕਿੰਨੀ ਕੁ ਸਮੱਸਿਆ ਪੈਦਾ ਕਰਦਾ। ਗੈਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ। ਆਪਾਂ ਜਾਣਦੇ ਹਾਂ ਅਮਰੀਕਾ ਦੇ ਵਿੱਚ ਵੀ ਗੈਲਨ $5 ਨੂੰ ਕ੍ਰੋਸ ਕਰ ਚੁੱਕੀ ਹੈ, ਜਿਹੜੀ ਉਹਨਾਂ ਨੇ ਕਦੇ ਸੋਚੀ ਨਹੀਂ ਸੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਗੈਸ ਦੀਆਂ ਕੀਮਤਾਂ ਕਾਫੀ ਲਗਾਤਾਰ ਵੱਧਦੀਆਂ ਆ ਰਹੀਆਂ, ਥੱਲੇ ਨਹੀਂ ਆ ਰਹੀਆਂ। ਤੇ ਹੁਣ ਇਹਦੇ ਨਾਲ ਇੱਕ ਸਮੱਸਿਆ ਪੈਦਾ ਹੋ ਰਹੀ ਹੈ ਕਿ ਲੋਕਾਂ ਨੇ ਕਾਰਾਂ ਦੀ ਵਹੀਕਲਸ ਦੀ ਵਰਤੋਂ ਘਟਾ ਦਿੱਤੀ ਹੈ। ਜਿੰਨੀ ਵਰਤੋਂ ਲੋਕ ਪਹਿਲਾਂ ਕਰਦੇ ਸੀ ਉਨੀ ਵਰਤੋਂ ਹੁਣ ਨਹੀਂ ਕਰਦੇ। ਇੱਥੋਂ ਤੱਕ ਜਿਹੜੇ ਲੋਕ ਤੁਹਾਨੂੰ ਪਤਾ ਸੀ ਪੈਂਡੈਮਿਕ ਦੇ ਵਿੱਚ ਘਰ ਬੈਠੇ ਸੀ ਜਾਂ ਵਰਕ ਫਰੋਮ ਹੋਮ ਦਾ ਕਨਸੈਪਟ ਸੀ, ਘਰੋਂ ਕੰਮ ਕਰਦੇ ਸੀ, ਉਹ ਹੁਣ ਘਰੋਂ ਹੀ ਕੰਮ ਕਰਨ ਨੂੰ ਤਰਜੀਹ ਦੇ ਰਹੇ ਆ। ਤੁਹਾਨੂੰ ਇਹ ਵੀ ਪਤਾ ਕਿ ਬਹੁਤ ਸਾਰੇ ਲੋਕਾਂ ਨੂੰ ਸਰਵੇ ਕਰਕੇ ਪੁੱਛਿਆ ਗਿਆ ਸੀ ਕਿ ਜੇ ਤੁਹਾਨੂੰ ਕੰਮ ਦੇ ਉੱਤੇ ਜਾਣਾ ਪਵੇ, ਪਹਿਲਾਂ ਤੁਸੀਂ ਘਰੋਂ ਕੰਮ ਕਰਦੇ ਹੋ ਤੇ ਮੁੜ ਕੇ ਜੇ ਤੁਹਾਨੂੰ ਪਹਿਲਾਂ ਵਾਂਗੂ ਉੱਥੇ ਜਾਣਾ ਪਵੇ ਤਾਂ ਉਹਨਾਂ ਨੇ ਕਿਹਾ ਸੀ ਅਸੀਂ ਘਰੋਂ ਹੀ ਕੰਮ ਕਰਨਾ, ਅਸੀਂ ਦਫ਼ਤਰ ਦੇ ਵਿੱਚ ਨਹੀਂ ਜਾਣਾ, ਨਾ ਜਾਂ ਅਸੀਂ ਸਾਨੂੰ ਕੰਮ ਛੱਡਣਾ ਮਨਜ਼ੂਰ ਆ। ਹੁਣ ਦੂਜਾ ਵੱਡਾ ਕਾਰਨ ਜਿਹੜਾ ਇਸ ਵੇਲੇ EMPLOYEES ਨੂੰ ਪੈ ਰਿਹਾ ਕਿ ਗੈਸ ਦੀ ਕੀਮਤ। ਜਿਹੜਾ ਬੰਦਾ ਲੈਂਗਲੀ ਤੋਂ ਵੈਨਕੂਵਰ ਜਾਂ ਕਿਸੇ ਦੂਰ ਥਾਂ ਦੇ ਉੱਤੇ ਕੰਮ ਕਰਨ ਜਾ ਰਿਹਾ ਆ ਉਹ ਅਵੋਇਡ ਕਰਦਾ ਕਿ ਮੈਂ ਜਾਵਾਂ। ਬਹੁਤ ਸਾਰੇ ਲੋਕ ਆ ਉਹ ਕਹਿੰਦੇ ਅਸੀਂ ਕੰਮ 'ਤੇ ਤਾਂ ਜਾਣ ਦੇ ਲਈ ਵਹੀਕਲ ਵਰਤਣਾ ਹੀ ਆ, ਪਰ ਬਾਕੀ ਥਾਵਾਂ ਦੇ ਉੱਤੇ ਘਟਾ ਲਿਆ ਕਿ ਜਿੰਨਾ ਕੁ ਗੈਸ ਦੇ ਵਿੱਚ ਕੱਟ ਕਰ ਸਕਦੇ ਹਾਂ ਅਸੀਂ ਉਹਨਾਂ ਇਹਨੂੰ ਕੱਟ ਕਰ ਰਹੇ ਹਾਂ। ਔਰ ਇੱਥੇ ਇਹ ਵੀ ਗੱਲ ਇਹ ਆ ਕਿ ਜਿਹੜੇ ਲੋਕ ਘਰਾਂ ਦੇ ਵਿੱਚੋਂ ਕੰਮ ਕਰਦੇ ਸੀ ਉਹ ਜ਼ਿਆਦਾ ਪ੍ਰੋਡਕਟਿਵ ਸੀਗੇ, ਉਹ ਜ਼ਿਆਦਾ ਕੰਮ ਕਰ ਰਹੇ ਸੀਗੇ। ਤੇ ਇਸ ਗੱਲ ਨੇ ਹੁਣ ਲੋਕਾਂ ਨੂੰ ਫਿਰ ਮਜਬੂਰ ਕਰ ਦਿੱਤਾ ਤੇ ਕਿ ਉਹ ਘਰੋਂ ਜਿਹੜੇ ਆ ਕੰਮ ਕਰਨ। ਔਰ ਇਹ ਵੀ ਲੱਗਦਾ ਕਿ ਬਹੁਤ ਸਾਰੀਆਂ ਵਰਕ ਪਲੇਸਿਸ ਜਿਹੜੀਆਂ ਆ ਉੱਥੇ ਉਸੇ ਤਰ੍ਹਾਂ ਵੇਕੈਂਟ ਰਹਿਣਗੀਆਂ, ਜਾਂ ਜਿਹੜੇ ਲੋਕ ਇਹ ਚਾਹੁੰਦੇ ਆ, ਜਿਹੜੇ EMPLOYER ਇਹ ਚਾਹੁੰਦੇ ਆ ਕਿ ਵਰਕਰ ਇੱਥੇ ਆ ਕੇ ਕੰਮ ਕਰਨ, ਸਾਡੇ ਕੋਲ ਆ ਕੇ ਕੰਮ ਕਰਨ। ਹੋ ਸਕਦਾ ਜਿਹੜਾ ਉਹਨਾਂ ਨੂੰ ਵਰਕਰਾਂ ਦੀ ਘਾਟ ਦਾ ਸਾਹਮਣਾ ਕਰਨਾ ਪਵੇ। ਇਹ ਵੀ ਹੋ ਸਕਦਾ ਐਤਕੀ ਜਿਹੜੇ ਆਫਿਸ ਨੇ ਉਹ ਉਸੇ ਤਰ੍ਹਾਂ ਖਾਲੀ ਰਹਿਣ, ਲੋਕ ਘਰੋਂ ਹੀ ਕੰਮ ਕਰਨ। ਜਿੱਥੇ ਪਹਿਲਾਂ ਕਰੋਨਾ ਕਾਰਨ ਲੋਕ ਘਰੋਂ ਕੰਮ ਕਰਦੇ ਸੀ, ਹੁਣ ਗੈਸ ਦੀਆਂ ਵੱਧਦੀਆਂ ਕੀਮਤਾਂ ਕਾਰਨ ਵੀ ਲੋਕ ਘਰੋਂ ਕੰਮ ਕਰਨ ਲਈ ਮਜਬੂਰ ਨੇ। ਜਿੱਦਾਂ ਜਿੱਦਾਂ ਲੋਅਰ ਮੇਨਲੈਂਡ ਦੇ ਵਿੱਚ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਆ, ਉੱਦਾਂ ਲੋਕ ਨਵੇਂ ਤਰੀਕੇ ਵਰਤ ਰਹੇ ਆ। ਇੱਥੇ ਤੱਕ ਕਿ ਜਿਹੜੇ ਇਕੱਠੇ ਹੋ ਕੇ ਇੱਕ ਕਾਰ ਦੇ ਵਿੱਚ ਕੰਮ ਦੇ ਉੱਤੇ ਜਾਣਾ ਉਹਨਾਂ ਦੀ ਗਿਣਤੀ ਵੀ ਵਧੀ ਆ। ਜਿਹੜਾ ਈਵੋ ਆ ਉਹਨਾਂ ਨੇ ਜਿਹੜੀ ਰਾਈਡ ਸ਼ੇਅਰਿੰਗ ਆ ਉਹਨਾਂ ਨੇ ਵੀ ਇਹ ਦੱਸਿਆ ਆ ਕਿ ਉਹਨਾਂ ਦੀ ਮੈਂਬਰਸ਼ਿਪ ਦੇ ਵਿੱਚ ਬਹੁਤ ਸਾਰਾ ਵਾਧਾ ਹੋਇਆ ਜਨਵਰੀ ਤੋਂ ਲੈ ਕੇ ਹੁਣ ਅਪ੍ਰੈਲ ਤੱਕ, ਜਦੋਂ ਤੱਕ ਕੀਮਤਾਂ ਗੈਸ ਦੀਆਂ ਉੱਤੇ ਗਈਆਂ ਆ। ਲੋਕ ਇਕੱਠੇ ਹੋ ਕੇ ਜਾਣਾ ਪਸੰਦ ਕਰ ਰਹੇ ਆ, ਲੋਕਾਂ ਦੀ ਬੱਚਤ ਇਹਦੇ ਵਿੱਚ ਹੋ ਰਹੀ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗਦਾ ਕਿ ਇਹ ਟ੍ਰੈਂਡ ਇੱਥੇ ਇਸੇ ਤਰ੍ਹਾਂ ਜਾਰੀ ਰਹੇਗਾ। ਦੋਸਤੋ, ਅਸੀਂ ਅੱਜ ਇੱਕ ਖਾਸ ਗੱਲਬਾਤ ਕਰਨ ਦੇ ਲਈ ਹਾਜ਼ਰ ਹੋਏ ਹਾਂ। ਸਾਡੇ ਕੋਲ ਇੰਡੀਆ ਤੋਂ ਮਨੋਵਿਗਿਆਨ ਦੇ ਮਾਹਰ ਡਾਕਟਰ ਜੋਤਿਕਾ ਜੱਜ ਇੱਥੇ ਆਏ ਨੇ, ਅੱਜ ਕੱਲ੍ਹ ਕੈਨੇਡਾ ਫੇਰੀ 'ਤੇ ਨੇ। ਉਹਨਾਂ ਦੇ ਨਾਲ ਗੱਲਬਾਤ ਇਹ ਕਰਨੀ ਆ ਕਿ ਜਿਹੜੇ ਬਹੁਤ ਸਾਰੇ ਮਾਨਸਿਕ ਰੋਗ ਅਸੀਂ ਸਮਝਦੇ ਹਾਂ ਇੱਥੇ ਬਹੁਤ ਜ਼ਿਆਦਾ, ਡਿਪਰੈਸ਼ਨ, ਐਂਗਜ਼ਾਇਟੀ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ, ਕੀ ਉਹ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਨੇ? ਇਹਨਾਂ ਦੀ ਗਿਣਤੀ ਜਾਂ ਇਹਨਾਂ ਦੀ ਜਿਹੜੀ ਉਹ ਜ਼ਿਆਦਾ ਨੇ ਉੱਥੇ, ਇੱਥੇ ਘੱਟ ਆ? ਉੱਥੇ ਲੋਕਾਂ ਨੂੰ ਅਵੇਅਰਨੈਸ ਨਹੀਂ ਆ, ਇੱਥੇ ਅਵੇਅਰਨੈਸ ਜ਼ਿਆਦਾ ਹੈ। ਕੋਈ ਸੋਸ਼ਲ ਸਟਰਕਚਰ ਦੇ ਵਿੱਚ ਫਰਕ ਆ। ਇਹ ਮਨੋਵਿਗਿਆਨ ਉੱਥੇ ਪੜ੍ਹਾਉਂਦੇ ਨੇ, ਇਹਨਾਂ ਕੋਲੋਂ ਆਪਾਂ ਜਾਣਕਾਰੀ ਲੈਂਦੇ ਹਾਂ। ਡਾਕਟਰ ਜੋਤਿਕਾ, ਤੁਹਾਨੂੰ ਕੀ ਲੱਗਦਾ ਕਿ ਸਮੱਸਿਆਵਾਂ ਇੱਥੇ ਆਏ ਲੋਕ ਇੱਦਾਂ ਸੋਚਦੇ ਵੀ ਉੱਥੇ ਡਿਪਰੈਸ਼ਨ, ਐਂਗਜ਼ਾਇਟੀ ਵਗੈਰਾ ਨਹੀਂ ਸੀ ਹੁੰਦਾ, ਪਿੰਡਾਂ 'ਚ ਰਹਿੰਦੇ ਸੀ, ਇੱਥੇ ਹੀ ਆ, ਉੱਥੇ ਵੀ ਹੈਗੀ ਆ? ਹਾਂਜੀ, ਉੱਥੇ ਵੀ ਬਿਲਕੁਲ ਜਿਹੜਾ ਹੈ ਇਹ ਸਾਰੀਆਂ ਸਮੱਸਿਆਵਾਂ, ਕਿਉਂਕਿ
ਮਾਨਸਿਕ ਇੱਕ ਉਹਦੇ ਨਾਲ ਜੁੜੀਆਂ ਹੋਈਆਂ ਹਨ ਤੇ ਉਹ ਉੱਥੇ ਹੋਵੇ ਜਾਂ ਇੱਥੇ ਹੋਵੇ, ਹਰ ਇੱਕ ਦਾ ਇੱਕ ਜਿਹੜਾ ਹੈਗਾ ਉਹ ਮਾਨਸਿਕ ਸੰਤੁਲਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਆਪਣੀ ਐਵਰੀਡੇ ਲਾਈਫ ਦੇ ਵਿੱਚ ਵਿਚਰਦਿਆਂ ਜਿਹੜਾ ਹੈਗਾ ਆ ਉਹ ਚੇਂਜ ਹੁੰਦਾ ਰਹਿੰਦਾ ਆ। ਉੱਥੇ ਅਵੇਅਰਨੈਸ ਦੀ ਬਹੁਤ ਵੱਡੀ ਪ੍ਰੋਬਲਮ ਹੈ। ਚੀਜ਼ਾਂ ਹੌਲੀ ਹੌਲੀ ਚੇਂਜ ਹੋ ਰਹੀਆਂ ਆ, ਪਰ ਅਜੇ ਵੀ ਉਹ ਚੀਜ਼ਾਂ ਸ਼ਹਿਰਾਂ ਦੇ ਵਿੱਚ ਜ਼ਿਆਦਾ ਚੇਂਜ ਹੋ ਰਹੀਆਂ ਆ। ਜਾਂ ਜਿਹੜੇ ਬੱਚੇ ਹੁਣ ਪੜ੍ਹ ਰਹੇ ਹੈਗੇ, ਜਿੱਦਾਂ ਮੈਂ ਬੱਚਿਆਂ ਨੂੰ ਪੜ੍ਹਾਉਣੀ ਵੀ ਹੈਗੀ ਆ, ਤਾਂ ਕੁਝ ਬੱਚੇ ਜਿਨ੍ਹਾਂ ਦੇ ਸਬਜੈਕਟ ਚਾਹੇ ਸਾਈਕੋਲੋਜੀ ਜਾਂ ਮਨੋਵਿਗਿਆਨ ਨਹੀਂ ਹੈਗਾ, ਉਹਨਾਂ ਨੂੰ ਵੀ ਆਈਡੀਆ ਹੈ ਕਿ ਇਹ ਕੀ ਚੀਜ਼ ਹੈ, ਤੇ ਉਹ ਬਹੁਤ ਕਿਊਰੀਅਸ ਹੁੰਦੇ ਆ ਜਾਣਨ ਬਾਰੇ ਕਿ ਐਂਗਜ਼ਾਇਟੀ ਦੇ ਸਿੰਪਟਮਸ ਕੀ ਹੈਗੇ ਆ ਜਾਂ ਡਿਪਰੈਸ਼ਨ ਦੇ ਸਿੰਪਟਮਸ ਕੀ ਹੈਗੇ ਆ। ਪਰ ਪਿੰਡਾਂ ਦੇ ਵਿੱਚ ਅਜੇ ਵੀ ਬਹੁਤ ਘੱਟ ਜਿਹੜੀ ਹੈਗੀ ਆ ਉਹ ਅਵੇਅਰਨੈਸ ਹੈ। ਤੇ ਸਪੈਸ਼ਲੀ ਕਈ ਵਾਰੀ ਜਿੱਦਾਂ ਹੁਣ ਮੇਰਾ ਪਿਛੋਕੜ ਜਿਹੜਾ ਹੈਗਾ ਆ, ਮੈਂ ਤਾਂ ਸ਼ਹਿਰ ਦੇ ਵਿੱਚ ਰਹੀ ਹਾਂ ਸ਼ੁਰੂ ਤੋਂ, ਬਟ ਮੇਰੇ ਜਿਹੜੇ ਦਾਦਕਾ ਪਿੰਡ ਹੈ ਉੱਥੇ ਹੈ। ਤੇ ਕਈ ਵਾਰ ਜਦੋਂ ਜਾਂਦੇ ਆ ਤਾਂ ਉਹ ਗੱਲਾਂ ਜਿੱਦਾਂ ਰਿਸ਼ਤੇਦਾਰਾਂ ਦੇ ਵਿੱਚੋਂ ਵੀ ਕਈ ਗੱਲਾਂ ਕਰ ਰਹੇ ਹੁੰਦੇ ਆ ਕਿ ਇੱਦਾਂ ਸੀ, ਜਾਂ ਕੁਝ ਸਿੰਪਟਮਸ ਉਹ ਜਿੱਦਾਂ ਬੋਲ ਰਹੇ ਹੁੰਦੇ ਕਿ ਕੁਝ ਬੰਦੇ ਦਾ ਵਿਵਹਾਰ ਇੱਦਾਂ ਸੀਗਾ, ਤਾਂ ਮੈਨੂੰ ਸਮਝ ਆ ਜਾਂਦੀ ਆ ਕਿ ਉਹਨਾਂ ਦੇ ਪਿੱਛੇ ਇੱਕ ਸਾਈਕੋਲੋਜੀਕਲ ਇਸ਼ੂ ਹੈਗਾ ਆ, ਜਿਹੜਾ ਉਹਨਾਂ ਨੂੰ ਸਮਝਾਓ ਵੀ ਤਾਂ ਉਹ ਕਈ ਵਾਰੀ ਨਹੀਂ ਸਮਝ ਪਾਉਂਦੇ, ਕਿਉਂਕਿ ਉਹਨਾਂ ਦੇ ਇੱਕ ਕਨਸੈਪਟ ਹੀ ਜਿਹੜਾ ਹੈ ਉਹ ਡਿਵੈਲਪ ਨਹੀਂ ਹੈਗਾ ਉੱਥੇ। ਹੁਣ ਚੀਜ਼ਾਂ ਚੇਂਜ ਆ ਰਹੀਆਂ, ਇਸ ਜਨਰੇਸ਼ਨ ਨੂੰ ਐਟਲੀਸਟ ਉਹਦਾ ਇੱਕ ਜਿਹਨੂੰ ਕਹਿ ਦਿਓ ਕਿ ਉਹਦੇ ਬਾਰੇ ਪਤਾ ਹੈ, ਪਰ ਅਜੇ ਬਸ ਪਤਾ ਤੱਕ ਹੀ ਹੈ ਕਿ ਇਹ ਪ੍ਰੋਬਲਮਸ ਹੁੰਦੀਆਂ ਆ। ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਸਟਿਗਮਾ ਜਿਹੜਾ ਐਸੋਸੀਏਟਿਡ ਆ, ਉੱਥੇ ਅਜੇ ਵੀ ਕਾਫੀ ਹੈਗਾ ਆ ਕਿ ਤੁਸੀਂ ਕਿਸੇ ਨਾਲ ਗੱਲ ਕਰਨੀ, ਕਿਸੇ ਤੋਂ ਹੈਲਪ ਮੰਗਣੀ, ਉਹ ਵੀ ਜਿਹੜੀ ਤੁਹਾਡੀ ਕੋਈ ਮਾਨਸਿਕ ਪਰੇਸ਼ਾਨੀ ਆ ਉਹਨੂੰ ਲੈ ਕੇ ਹੈਲਪ ਮੰਗਣਾ, ਉਹ ਅਜੇ ਲੋਕ ਬਹੁਤ ਜ਼ਿਆਦਾ ਝਿਜਕਦੇ ਆ। ਬਟ ਇਹ ਆ ਕਿ ਚੀਜ਼ਾਂ ਥੋੜ੍ਹੀਆਂ ਬਦਲਣੀਆਂ ਜਿਹੜੀਆਂ ਉਹ ਸ਼ੁਰੂ ਹੋ ਰਹੀਆਂ ਆ। ਕਾਉਂਸਲਰ ਕੋਲ ਜਾਂਦੇ ਨੇ ਲੋਕ, ਉੱਥੇ ਤੁਹਾਨੂੰ ਲੱਗਦਾ ਵੀ ਉੱਥੇ ਸਮੱਸਿਆ ਵੈਸੇ ਹੀ ਘੱਟ ਆ ਕੋਈ ਸੋਸ਼ਲ ਸਟਰਕਚਰ ਕਾਰਨ? ਸ਼ਾਇਦ ਪਿਛਲੀ ਜਨਰੇਸ਼ਨ ਤੱਕ ਇਹ ਫ਼ਰਕ ਜ਼ਿਆਦਾ ਰਿਹਾ ਹੋਏਗਾ। ਇਸ ਜਨਰੇਸ਼ਨ ਦੇ ਵਿੱਚ ਕੋਈ ਬਹੁਤ ਜ਼ਿਆਦਾ ਜਿਹੜਾ ਹੈ ਉਹ ਡਿਫਰੈਂਸ ਦੇਖਣ ਨੂੰ ਨਹੀਂ ਮਿਲਦਾ, ਕਿਉਂਕਿ ਜਿੱਦਾਂ ਹੁਣ ਚਾਹੇ ਪਿੰਡਾਂ ਦੇ ਬੱਚੇ ਹੋਣ ਚਾਹੇ ਸ਼ਹਿਰਾਂ ਦੇ ਬੱਚੇ ਹੋਣ, ਉਹਨਾਂ ਦਾ ਇੱਕ ਆਲਮੋਸਟ ਸਟਰਕਚਰ ਜਿਹੜਾ ਉਹ ਸੇਮ ਹੁੰਦਾ ਜਾ ਰਿਹਾ ਆ। ਪਿੰਡਾਂ ਦੇ ਵਿੱਚ ਵੀ ਹੁਣ ਜਿਹੜੇ ਹੈਗੇ ਆ ਲੋਕ ਇਕੱਠੇ ਉਹਨਾਂ ਮਿਲ ਜੁਲ ਕੇ ਰਹਿਣ ਵਾਲੀ ਜਿਹੜੀ ਗੱਲ ਪਿਛਲੀ ਜਨਰੇਸ਼ਨ ਤੱਕ ਹੁੰਦੀ ਸੀ ਉਹ ਨਹੀਂ ਹੁੰਦੀ। ਤੇ ਬੱਚੇ ਜਾਂਦੇ ਉੱਦਾਂ ਹੀ, ਉਹ ਸਕੂਲੀ ਜਾਂਦੇ ਆ, ਉੱਦਾਂ ਹੀ ਉਸ ਤੋਂ ਬਾਅਦ ਕਾਲਜ ਜਾਂਦੇ ਆ, ਕੁਝ ਬੱਚੇ ਅੱਗੇ ਉੱਥੇ ਯੂਨੀਵਰਸਿਟੀਜ਼ ਪੜ੍ਹਦੇ ਆ, ਕਾਫੀ ਬੱਚੇ ਇੱਧਰ ਵੀ ਆ ਜਾਂਦੇ ਆ। ਤਾਂ ਉਹ ਜਿਹੜਾ ਇੱਕ ਗੈਪ ਜਿਹਨੂੰ ਆਪਾਂ ਕਹਿ ਲਾ ਕਿ ਉਹ ਪਹਿਲਾਂ ਬਹੁਤ ਜ਼ਿਆਦਾ ਹੁੰਦਾ ਸੀਗਾ ਕਿ ਪਿੰਡਾਂ ਦੇ ਵਿੱਚ ਜਿਹੜਾ ਮੋਸਟਲੀ ਲੋਕ ਉੱਥੇ ਰਹਿੰਦੇ ਸੀ, ਮਿਲ ਜੁਲ ਕੇ ਰਹਿੰਦੇ ਸੀ, ਜਾਂ ਸ਼ਹਿਰਾਂ ਦੇ ਵਿੱਚ ਵੀ ਜਿਹਨੂੰ ਕਹਿੰਦੇ ਕਿ ਉਹ ਮੁਹੱਲੇ ਦਾ ਜਿਹੜਾ ਇੱਕ ਆਪਣਾ ਸਿਸਟਮ ਹੁੰਦਾ ਸੀਗਾ, ਉਹ ਸਾਰਾ ਕੁਝ ਓਨਾ ਸਟਰੋਂਗ ਹੁਣ ਉੱਥੇ ਵੀ ਨਹੀਂ ਹੈ। ਸੋ ਉਹ ਜਿਹੜਾ ਗੈਪ ਸੀਗਾ ਕਿ ਉੱਥੇ ਪ੍ਰੋਬਲਮਸ ਘੱਟ ਹੁੰਦੀਆਂ ਸੀਗੀਆਂ, ਉਹ ਜਿਹੜੀਆਂ ਆ ਉਹ ਚੇਂਜ ਹੁੰਦਾ ਜਾ ਰਿਹਾ ਆ। ਦੂਜੀ ਗੱਲ ਇਹ ਉਹ ਵੀ ਸੀ ਕਿ ਪਹਿਲਾਂ ਉਹਨਾਂ ਖੁੱਲ੍ਹ ਕੇ ਗੱਲ ਹੁੰਦੀ ਨਹੀਂ ਸੀਗੀ, ਕਿਉਂਕਿ ਇੱਕ ਜਿਹਨੂੰ ਕਹਿ ਲਓ ਕਿ ਉਹ ਪੇਰੈਂਟਸ ਦਾ ਤੇ ਜਿਹੜਾ ਬੱਚਿਆਂ ਦਾ ਇੱਕ ਰਿਲੇਸ਼ਨਸ਼ਿਪ ਆ ਉੱਥੇ ਉਹ ਬਹੁਤ ਅਲੱਗ ਤਰੀਕੇ ਦਾ ਹੁੰਦਾ ਸੀਗਾ ਕਿ ਜੇ ਬੱਚੇ ਕਹਿ ਵੀ ਰਹੇ ਆ ਕਿ ਕੋਈ ਇੱਦਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਪੇਰੈਂਟਸ ਉਹਨੂੰ ਨਹੀਂ ਸਮਝਦੇ ਸੀਗੇ। ਹੁਣ ਥੋੜ੍ਹਾ ਸ਼ਾਇਦ ਪੇਰੈਂਟਸ ਦੇ ਵਿੱਚ ਵੀ ਉਹ ਚੀਜ਼ ਆ ਰਹੀ ਹੈ ਕਿ ਬੱਚੇ ਜੇ ਗੱਲ ਕਰ ਰਹੇ ਆ ਤਾਂ ਪੇਰੈਂਟਸ ਉਹਨੂੰ ਸਮਝ ਰਹੇ ਆ। ਸੋ ਉਹ ਥੋੜ੍ਹਾ ਫਰਕ ਜਿਹੜਾ ਹੈ ਉਹ ਆ ਰਿਹਾ ਆ। ਇਸ ਕਰਕੇ ਹੁਣ ਲੱਗ ਰਿਹਾ ਕਿ ਵੱਧ ਗਈ ਆ। ਸ਼ਾਇਦ ਪਹਿਲਾਂ ਵੀ ਇੱਦਾਂ ਹੀ ਹੁੰਦੀ ਹੋਏਗੀ, ਪਰ ਉਸ ਚੀਜ਼ ਦੇ ਬਾਰੇ ਜਦੋਂ ਗੱਲ ਨਹੀਂ ਹੁੰਦੀ ਸੀ ਤਾਂ ਉਹ ਥੱਲੇ ਸਤਹ 'ਤੇ ਰਹਿੰਦੀ ਸੀ, ਉਹ ਦਿਖਦੀ ਨਹੀਂ ਸੀ। ਸੋ ਦਿਖਦੀ ਨਹੀਂ ਸੀ ਤਾਂ ਉਹ ਸ਼ਾਇਦ ਚੇਂਜ ਨਹੀਂ ਹੁੰਦੀ ਸੀ, ਬਟ ਹੁਣ ਹੌਲੀ ਹੌਲੀ ਸ਼ਾਇਦ ਚੇਂਜ ਹੋ ਰਿਹਾ ਹੈ। ਬਟ ਹਾਂ, ਇਸ਼ੂ ਉੱਥੇ ਵੀ ਹੈਗੇ ਨੇ। ਇਹਦਾ ਕੀ ਕਾਰਨ ਹੁੰਦਾ? ਕੋਈ ਹਰ ਇੱਕ ਵਿਅਕਤੀ 'ਤੇ ਵੀ ਨਿਰਭਰ ਕਰਦਾ ਕਿ ਕੁਝ ਲੋਕਾਂ ਨੂੰ ਇਹ ਚੀਜ਼ਾਂ ਜ਼ਿਆਦਾ ਅਸਰ ਕਰਦੀਆਂ ਜਾਂ ਕੁਝ ਲੋਕਾਂ ਨੂੰ ਬਿਲਕੁਲ ਅਸਰ ਨਹੀਂ ਕਰਦੀਆਂ? ਹਾਂਜੀ, ਵਿਅਕਤੀਗਤ ਜਿਹੜੇ ਡਿਫਰੈਂਸਿਸ ਰਹਿੰਦੇ ਨੇ ਉਹ ਤਾਂ ਹੁੰਦੇ ਹੀ ਆ। ਬਾਕੀ ਇਹ ਹੈ ਕਿ ਕਿਤੇ ਨਾ ਕਿਤੇ ਤੁਹਾਡੇ ਇੱਕ ਮਤਲਬ ਇੱਕ ਨੋਰਮਲ ਜਿਹਨੂੰ ਕਹਿ ਸਕਦੇ ਹੈਗੇ ਕਿ ਉਹ ਇੱਕ ਨੋਰਮਲ ਵਰਤਾਰਾ ਜਿੱਦਾਂ ਉਹਨੂੰ ਦੇਖ ਸਕਦੇ ਹੈਗੇ ਆ। ਕਿਉਂਕਿ ਦੇਖੋ, ਇੱਕ ਤਾਂ ਇਹ ਹੁੰਦਾ ਹੈ ਕਿ ਕੁਝ ਲੋਕ ਜਿਹਨੂੰ ਆਪਾਂ ਡਿਸਆਰਡਰ ਦੀ ਭਾਸ਼ਾ ਕਹਿੰਦੇ ਆ ਕਿ ਕੁਝ ਲੋਕ ਮਾਨਸਿਕ ਰੋਗੀ ਹੋ ਜਾਂਦੇ ਆ, ਉਹ ਇੱਕ ਪਾਸਾ ਹੈ ਇਸ ਸਬਜੈਕਟ ਦਾ। ਦੂਜੇ ਪਾਸੇ ਜਿਹਨੂੰ ਆਪਾਂ ਮਾਨਸਿਕ ਤੇ ਜਿਹੜੀਆਂ ਇਮੋਸ਼ਨਲ ਪਰੇਸ਼ਾਨੀਆਂ ਜਿਹਨੂੰ ਕਹਿੰਦੇ ਆ ਉਹ ਹੁੰਦੀਆਂ ਆ, ਉਹ ਕਿਸੇ ਨੂੰ ਵੀ ਕਿਸੇ ਵੀ ਟਾਈਮ ਹੋ ਸਕਦੀਆਂ ਆ। ਹੁਣ ਜਿੱਦਾਂ ਕਹਿ ਲਓ ਕਿ ਕਈ ਵਾਰੀ ਇੱਦਾਂ ਹੁੰਦਾ ਕਿ ਤੁਹਾਡੀ ਲਾਈਫ ਦੇ ਵਿੱਚ ਕੋਈ ਬਹੁਤ ਵੱਡੀ ਇਹੋ ਜਿਹੀ ਘਟਨਾ ਵਾਪਰ ਗਈ, ਜਿਹੜੀ ਕਿ ਜਿੱਦਾਂ ਕਹਿ ਲਓ ਕਿ ਕਈ ਵਾਰੀ ਹੁੰਦਾ ਕਿ ਸੁਖਦ ਘਟਨਾ ਵੀ ਵਾਪਰੀ ਹੋਵੇ, ਉਹਦੇ ਵਿੱਚ ਵੀ ਤੁਹਾਨੂੰ ਐਡਜਸਟ ਕਰਨ ਨੂੰ ਟਾਈਮ ਲੱਗਦਾ ਆ। ਹੁਣ ਜਿੱਦਾਂ ਕਾਫੀ ਸਾਰੇ ਬੱਚੇ ਆ ਉਹ ਕੈਨੇਡਾ ਪੜ੍ਹਨ ਆਉਣਾ ਚਾਹੁੰਦੇ ਹੈਗੇ ਆ, ਤੇ ਉਹ ਆਉਂਦੇ ਆ ਤੇ ਬਹੁਤ ਐਕਸਾਈਟਿਡ ਹੁੰਦੇ ਆ। ਇੱਥੇ ਆ ਕੇ ਜਿਹੜਾ ਹੈਗਾ ਆ ਉਹ ਇੱਕਦਮ ਕਈ ਵਾਰੀ ਇਹ ਹੁੰਦਾ ਹੈ ਕਿ ਉਹ ਬਹੁਤ ਜ਼ਿਆਦਾ ਸਟ੍ਰੈਸ 'ਚ ਆ ਜਾਂਦੇ ਆ, ਕਿਉਂਕਿ ਸਾਰਾ ਕੁਝ ਨਵਾਂ ਆ, ਸਾਰਾ ਕੁਝ ਆਪ ਕਰਨਾ ਆ। ਉਹਨਾਂ ਜਿਹੜੀਆਂ ਐਡਜਸਟਮੈਂਟ ਹੈਗੀਆਂ ਉਹਨਾਂ ਦੇ ਵਿੱਚ ਡੀਲ ਕਰਨ ਦੇ ਵਿੱਚ ਜਿਹੜੀ ਆ ਉਹ ਪ੍ਰੋਬਲਮ ਆਉਂਦੀ ਆ। ਸੋ ਇਹ ਇਸ ਤਰੀਕੇ ਨਾਲ ਕੁਝ ਬੱਚੇ ਉਹੀ ਜਿਹਨੂੰ ਆਪਾਂ ਕਹਿੰਦੇ ਰੈਜ਼ੀਲੀਅੰਸ ਵਰਡ ਆਪਾਂ ਯੂਜ਼ ਕਰ ਜਾਂਦੇ ਹੈਗੇ ਆ ਕਿ ਕੁਝ ਲੋਕੀ ਜਿਹੜੇ ਆ ਉਹ ਬਹੁਤ ਜਲਦੀ ਬਾਊਂਸ ਬੈਕ ਕਰ ਜਾਂਦੇ ਜੇ ਕੋਈ ਪ੍ਰੋਬਲਮ ਆਉਂਦੀ ਆ ਉਹਦੇ ਤੋਂ। ਕੁਝ ਲੋਕਾਂ ਨੂੰ ਟਾਈਮ ਲੱਗਦਾ ਆ। ਸੋ ਪਰਸਨੈਲਿਟੀ ਡਿਫਰੈਂਸਿਸ ਹੈ, ਪਰ ਜੇ ਆਪਾਂ ਇਹ ਕਹਾਂਗੇ ਕਿ ਕੁਝ ਲੋਕਾਂ ਨੂੰ ਬਿਲਕੁਲ ਹੀ ਫਰਕ ਨਹੀਂ ਪੈਂਦਾ ਤਾਂ ਉਹ ਸ਼ਾਇਦ ਨਹੀਂ ਆ। ਕੁਝ ਲੋਕੀ ਸ਼ੇਅਰ ਨਹੀਂ ਕਰਦੇ, ਕੁਝ ਲੋਕੀ ਕਰ ਲੈਂਦੇ ਆ, ਕੁਝ ਲੋਕਾਂ ਨੂੰ ਜ਼ਿਆਦਾ ਪੈਂਦਾ ਆ, ਘੱਟ ਪੈਂਦਾ ਆ। ਬਟ ਕਿਉਂਕਿ ਸੋਚਣ ਦੇ ਨਾਲ ਰਿਲੇਟਡ ਆ, ਮਨ ਦੇ ਨਾਲ ਰਿਲੇਟਡ ਆ, ਸਿਚੁਏਸ਼ਨ ਚੇਂਜ ਹੁੰਦੀਆਂ ਆ, ਤਾਂ ਉਹ ਫਰਕ ਸਾਰਿਆਂ ਦੀ ਲਾਈਫ ਦੇ ਵਿੱਚ ਆਉਂਦੇ ਹੀ ਹੈਗੇ ਆ ਐਵਰੀਡੇ ਲਾਈਫ ਦੇ ਵਿੱਚ। ਜਿਹੜੀਆਂ ਇਹ ਪ੍ਰੋਬਲਮਸ ਜਿੱਦਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਆ ਜਾਂ ਜਿਹੜੇ ਬਹੁਤ ਸਾਰੇ ਹੋਰ ਲੋਕ ਵੀ ਇੱਥੇ ਆ ਜਾਂਦੇ, ਉਹ ਆਪਣੇ ਜਿਹੜਾ ਪਿਛੋਕੜ ਆ ਉਹਦੇ ਵਿੱਚੋਂ ਬਾਹਰ ਨਹੀਂ ਆਉਂਦੇ, ਬਹੁਤਾ ਸਮਾਂ ਉਹਦੇ ਵਿੱਚ ਜਿਉਂਦੇ ਰਹਿੰਦੇ ਆ। ਹਰ ਗੱਲ ਤੋਂ ਬਾਅਦ ਉਹਨਾਂ ਦਾ ਜ਼ਿਕਰ ਪੰਜਾਬ ਹੁੰਦਾ ਜਾਂ ਪਿੰਡ ਹੁੰਦਾ ਆ। ਇਹ ਕਿੱਥੇ ਤੱਕ ਨੋਰਮਲ ਹੁੰਦਾ ਤੇ ਕੀ ਇਹਨੂੰ ਤੁਸੀਂ ਕਿੱਥੇ ਫਿਰ ਇਹਨੂੰ ਐਬਨੋਰਮਲ ਸਮਝਦੇ ਆ ਵੀ ਤੁਸੀਂ ਰਹਿ ਕਿਸੇ ਹੋਰ ਜਗ੍ਹਾ 'ਤੇ ਰਹੇ ਹੋ?
ਤੇ ਹਰ ਵੇਲੇ ਜੀ ਕਿਸੇ ਹੋਰ ਥਾਂ ਤੇ ਰਹੇ? ਇਹਦੇ ਵਿੱਚ ਦੇਖੋ ਹੁਣ ਕੁਝ ਹੱਦ ਤੱਕ ਤਾਂ ਇਹ ਨਾਰਮਲ ਹੈ, ਜਿੱਦਾਂ ਹੁਣ ਤੁਸੀਂ ਨਵੇਂ ਆਏ ਹੋ, ਤੁਸੀਂ ਕੁਝ ਮਹੀਨਿਆਂ ਸਾਲ ਤੱਕ ਵੀ ਲਗਾ ਲਓ, ਚਾਹੇ ਕਹਿ ਸਕਦੇ ਹੈਗੇ ਆ ਕਿ ਤੁਹਾਨੂੰ ਉੱਥੇ ਯਾਦ ਆਉਂਦਾ ਆ, ਤੁਸੀਂ ਕੰਪੈਰੀਜ਼ਨ ਕਰਦੇ ਆ ਕਿ ਉੱਥੇ ਤਾਂ ਇਦਾਂ ਹੁੰਦਾ ਸੀ, ਇੱਥੇ ਇਦਾਂ ਹੁੰਦਾ ਆ। ਪਰ ਇੱਕ ਪੁਆਇੰਟ ਤੋਂ ਬਾਅਦ ਜਾ ਕੇ ਜਿਹੜਾ ਹੈਗਾ, ਜੇ ਤੁਸੀਂ ਇੱਥੇ ਜਿਹਨੂੰ ਕਹਿੰਦੇ ਆ ਕਿ ਆਪਾਂ ਅਸਿਮੀਲੇਟ ਹੋਣਾ ਚਾਹੁੰਦੇ ਆ, ਜਿਹਨੂੰ ਆਪਾਂ ਕਹਿੰਦੇ ਆ, ਉਹ ਜੇ ਤੁਸੀਂ ਕਰਨਾ ਚਾਹ ਰਹੇ ਹੋ ਤਾਂ ਤੁਹਾਨੂੰ ਪਿਛਲਾ ਜਿਹੜਾ ਉਹ ਥੋੜ੍ਹਾ ਛੱਡਣਾ ਪੈਂਦਾ ਆ। ਅਤੇ ਫਿਰ ਉਹਦੇ 'ਤੇ ਇਹ ਵੀ ਡਿਪੈਂਡ ਕਰਦਾ ਕਿ ਤੁਹਾਨੂੰ ਇੱਥੇ ਕਿਸ ਤਰੀਕੇ ਦਾ ਮਾਹੌਲ ਮਿਲ ਰਿਹਾ ਹੈਗਾ ਆ। ਹੁਣ ਜਿੱਦਾਂ ਤੁਹਾਡੇ ਆਸ-ਪਾਸ ਅਗੇਨ ਜਿੱਦਾਂ ਆਪਾਂ ਸੋਸ਼ਲ ਸਟਰਕਚਰ ਦੀ ਗੱਲ ਕੀਤੀ, ਕੁਝ ਬੱਚੇ ਜਿਹੜੇ ਇਕੱਲੇ ਆਉਂਦੇ ਹੈਗੇ ਉਹਨਾਂ ਲਈ ਜ਼ਿਆਦਾ ਡਿਫਿਕਲਟ ਆ। ਕੁਝ ਬੱਚੇ ਦੇਖ ਕੇ ਆਉਂਦੇ ਕਿ ਇਸ ਸ਼ਹਿਰ ਦੇ ਵਿੱਚ ਮੇਰੇ ਫਰੈਂਡਸ ਹੈਗੇ ਆ, ਮੇਰੇ ਉਹ ਵੀ ਇਸੇ ਯੂਨੀਵਰਸਿਟੀ ਵਿੱਚ ਹੈਗੇ ਆ, ਉਹਨਾਂ ਲਈ ਥੋੜ੍ਹਾ ਜਿਹਾ ਈਜ਼ੀ ਰਹਿੰਦਾ ਆ। ਬਟ ਸਟਿਲ ਉਹੀ ਹੈ ਕਿ ਫਰੈਂਡਸ਼ਿਪਸ ਜਿਹੜੀਆਂ ਆ ਉਹ ਚੇਂਜ ਹੁੰਦੀਆਂ ਰਹਿੰਦੀਆਂ ਵਕਤ ਦੇ ਨਾਲ। ਫਿਰ ਉਹਨਾਂ ਨੂੰ ਜਦੋਂ ਉਹ ਚੇਂਜ ਆਉਂਦਾ ਆ, ਉਹਨਾਂ ਨੂੰ ਉਹ ਚੀਜ਼ ਉਦੋਂ ਜਾ ਕੇ ਫੀਲ ਹੁੰਦੀ ਹੈਗੀ ਆ ਕਿ ਇਹ ਪਹਿਲਾਂ ਵਰਗਾ ਨਹੀਂ ਰਿਹਾ। ਸੋ ਥੋੜ੍ਹਾ ਇਹ ਜਿਹੜਾ ਹੈਗਾ ਇੱਕ ਕੰਪੈਰੀਜ਼ਨ ਕਰਨਾ ਆ, ਉਹ ਚੀਜ਼ਾਂ ਬਿਲਕੁਲ ਨਾਰਮਲ ਹੈਗੀਆਂ ਆ। ਦੂਜੀ ਇੱਕ ਬਹੁਤ ਇੰਪੋਰਟੈਂਟ ਗੱਲ ਹੁੰਦੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਆਈਡੈਂਟੀਟੀ ਦਾ, ਕਿ ਜੇ ਤੁਹਾਡੀ ਇੱਥੇ ਆ ਕੇ ਤੁਸੀਂ ਆਪਣੀ ਇੱਕ ਆਈਡੈਂਟੀਟੀ ਨਵੇਂ ਸਿਰ ਤੋਂ ਬਿਲਡ ਅਪ ਕਰ ਪਾਉਂਦੇ ਹੈਗੇ ਆ, ਫਿਰ ਉਹ ਸ਼ਾਇਦ ਉਹ ਪਿਛਲਾ ਛੁੱਟਦਾ ਜਾਂਦਾ ਆ। ਅਤੇ ਉਹ ਵੀ ਦੋਨਾਂ ਨੂੰ ਕਹਿ ਲਓ ਕਿ ਇੱਕ ਦੂਜੇ ਨਾਲ ਸਰਕੂਲਰ ਰਿਲੇਸ਼ਨਸ਼ਿਪ ਆ। ਜੇ ਤੁਸੀਂ ਉਹ ਚੀਜ਼ ਛੱਡ ਨਹੀਂ ਪਾਉਂਦੇ, ਫਿਰ ਤੁਸੀਂ ਆਪਣੀ ਨਵੀਂ ਆਈਡੈਂਟੀਟੀ ਬਿਲਡ ਨਹੀਂ ਕਰ ਪਾਉਂਦੇ। ਸੋ ਉਹ ਯਾਦ ਕਰਨਾ ਜਾਂ ਫਿਰ ਇਹ ਕਹਿਣਾ ਕਿ ਉੱਥੇ ਇੱਦਾਂ ਹੁੰਦਾ ਸੀ, ਇੱਥੇ ਉੱਦਾਂ ਹੁੰਦਾ ਹੈ, ਉਹ ਕੰਪੈਰੀਜ਼ਨ ਇੱਕ ਹਿਊਮਨ ਮਾਈਂਡ ਕਰੇਗਾ, ਰਾਈਟ। ਬਟ ਇਹ ਸਮਝਣਾ ਕਿ ਉਹ ਜਿਹੜਾ ਸੀਗਾ ਉਹ ਗੁਜ਼ਰ ਚੁੱਕਾ ਹੈ, ਉਹ ਇੱਕ ਪਾਸਟ ਸੀਗਾ, ਇੱਕ ਪ੍ਰੈਜ਼ੈਂਟ ਆ, ਉਹਦਾ ਡਿਫਰੈਂਸੀਏਸ਼ਨ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਆ। ਅਸੀਂ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ, ਅਤੇ ਆਖਰੀ ਸਵਾਲ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦੇ ਹਾਂ ਕਿ ਇੱਥੋਂ ਸਾਨੂੰ ਦੱਸ ਦਿਓ ਕਿ ਡਿਪਰੈਸ਼ਨ ਐਂਗਜ਼ਾਇਟੀ ਤੋਂ ਕਿੱਦਾਂ ਬਚਣਾ ਆ ਤੁਹਾਡੇ ਹਿਸਾਬ ਨਾਲ? ਇਹਨਾਂ ਤੋਂ ਬਚਿਆ, ਇਹਨਾਂ ਨੂੰ ਪ੍ਰੀਵੈਂਟ ਕਿੱਦਾਂ ਕੀਤਾ ਜਾ ਸਕਦਾ, ਕੋਈ ਤਰੀਕਾ? ਹਾਂਜੀ, ਇੱਕ ਤਾਂ ਉਹੀ ਹੈ ਕਿ ਗੱਲਬਾਤ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਇਸ ਟਾਈਮ ਦੇ ਦੌਰਾਨ। ਅਤੇ ਆਪਾਂ ਜਿਹੜਾ ਹੈਗਾ ਆ ਉਹ ਇੱਕ ਅਗੇਨ ਕਹਿ ਲਓ ਕਿ ਥੋੜ੍ਹਾ ਸਾਰੇ ਆਪਣੇ ਕੰਮ ਦੇ ਵਿੱਚ ਬਿਜ਼ੀ ਹੁੰਦੇ ਆ, ਬੱਚੇ ਵੀ ਆ ਤਾਂ ਵੀ ਉਹ ਆਪਣੀ ਪੜ੍ਹਾਈ ਦੇ ਵਿੱਚ ਬਿਜ਼ੀ ਆ, ਨਾਲ ਕਈ ਵਾਰ ਪੜ੍ਹਾਈ ਦੇ ਨਾਲ ਕੰਮ ਕਰ ਰਿਹਾ ਉਹਦੇ ਵਿੱਚ ਬਿਜ਼ੀ ਆ, ਅਤੇ ਆਪਾਂ ਦੂਜੇ ਨੂੰ ਰੀਚ ਆਊਟ ਨਹੀਂ ਕਰਦੇ। ਆਪਾਂ ਨੂੰ ਲੱਗਦਾ ਕਿ ਯਾਰ ਗੱਲ ਨਹੀਂ ਸੁਣੇਗਾ, ਅਗਲਾ ਬੰਦਾ ਬਿਜ਼ੀ ਹੋਏਗਾ, ਆਪਾਂ ਆਪਣੇ ਹੀ ਮਨ ਵਿੱਚ ਸੋਚ ਕੇ ਬੈਠ ਜਾਂਦੇ ਹੈਗੇ ਆ। ਅਤੇ ਜੇ ਕੋਈ ਬਾਈ ਚਾਂਸ ਇੱਕ ਵਾਰੀ ਬਿਜ਼ੀ ਵੀ ਆ ਤਾਂ ਆਪਾਂ ਨੂੰ ਇੱਦਾਂ ਲੱਗਦਾ ਕਿ ਉਹ ਬੰਦਾ ਸਾਨੂੰ ਇਗਨੋਰ ਕਰ ਰਿਹਾ ਸੀ। ਸੋ ਆਈ ਥਿੰਕ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਜਿਸ ਤੋਂ ਬਚਣਾ ਚਾਹੀਦਾ ਆ। ਸਾਰੇ ਆਪਣੇ ਕੰਮ ਦੇ ਵਿੱਚ ਬਿਜ਼ੀ ਹੁੰਦੇ ਆ, ਹੋ ਸਕਦਾ ਕੋਈ ਤੁਹਾਡੀ ਇੱਕ ਵਾਰੀ ਗੱਲ ਨਹੀਂ ਸੁਣ ਪਾ ਰਿਹਾ, ਤੁਸੀਂ ਦੁਬਾਰਾ ਰੀਚ ਆਊਟ ਕਰ ਸਕਦੇ ਆ। ਤਾਂ ਆਈ ਥਿੰਕ ਉਹ ਜਿਹੜਾ ਰੀਚ ਆਊਟ ਕਰਨਾ ਸਿੱਖਣਾ ਹੈਗਾ ਹੈ ਕਿ ਜੇ ਤੁਸੀਂ ਕੋਈ ਗੱਲਬਾਤ ਕਰਨਾ ਚਾਹ ਰਹੇ ਹੋ ਕਿਸੇ ਦੇ ਨਾਲ, ਤੁਹਾਨੂੰ ਕੋਈ ਪਰੇਸ਼ਾਨੀ ਜੇ ਨਹੀਂ ਵੀ ਹੈਗੀ ਤਾਂ ਇੱਕ ਦੂਜੇ ਨੂੰ ਮਿਲਣਾ ਵਰਤਣਾ ਜਿਹਨੂੰ ਆਪਾਂ ਕਹਿੰਦੇ ਆ, ਇੱਕ ਉਹ ਬਹੁਤ ਜ਼ਰੂਰੀ ਚੀਜ਼ ਆ। ਦੂਜਾ ਇਹ ਹੈ ਕਿ ਸ਼ਾਇਦ ਇਹਨੂੰ ਥੋੜ੍ਹਾ ਜਿਹਾ ਨੋਰਮਲਾਈਜ਼ ਕਰਕੇ ਦੇਖਣਾ, ਕਿ ਜਿਹਨੂੰ ਆਪਾਂ ਜਿੱਦਾਂ ਐਂਗਜ਼ਾਇਟੀ ਆ ਜਾਂ ਫਿਰ ਸਟ੍ਰੈਸ ਹੈਗਾ, ਅਤੇ ਆਪਾਂ ਇਹਨੂੰ ਸਾਈਕੋਲੋਜੀ ਦੀ ਭਾਸ਼ਾ ਦੇ ਵਿੱਚ ਯੂ ਸਟ੍ਰੈਸ ਵੀ ਕਹਿੰਦੇ ਆ, ਕਿ ਕਈ ਵਾਰ ਉਹ ਚੀਜ਼ਾਂ ਜਿਹਨੂੰ ਲੈ ਕੇ ਆਪਾਂ ਬਹੁਤ ਐਕਸਾਈਟਿਡ ਹੁੰਦੇ, ਜਿੱਦਾਂ ਮੈਂ ਪਹਿਲਾਂ ਕਿਹਾ ਇੱਥੇ ਆਉਣ ਨੂੰ ਲੈ ਕੇ ਜਿੱਦਾਂ ਲੋਕ ਐਕਸਾਈਟਿਡ ਹੁੰਦੇ ਆ, ਉਹ ਵੀ ਤੁਹਾਨੂੰ ਸਟ੍ਰੈਸ ਦਿੰਦੀਆਂ ਕਿਉਂਕਿ ਤੁਹਾਡੇ ਲਈ ਨਵੀਆਂ ਆ। ਕੋਈ ਵੀ ਚੀਜ਼ ਤੁਸੀਂ ਪਹਿਲੀ ਵਾਰੀ ਕਰ ਰਹੇ ਆ, ਤੁਸੀਂ ਉਹਨੂੰ ਲੈ ਕੇ ਸਟ੍ਰੈਸ ਹੋ ਸਕਦੇ, ਤੁਹਾਨੂੰ ਐਂਗਜ਼ਾਇਟੀ ਹੋ ਸਕਦੀ ਆ, ਪਰ ਉਹ ਚੀਜ਼ ਜਿਹੜੀ ਆ ਉਹ ਨਾਰਮਲਾਈਜ਼ ਹੈਗੀ ਆ। ਜਦੋਂ ਉਹ ਸਮਾਂ ਨਿਕਲ ਜਾਏਗਾ ਤੁਸੀਂ ਖੁਦ ਨਾਰਮਲਾਈਜ਼ ਹੋ ਜਾਓਗੇ। ਸੋ ਐਂਗਜ਼ਾਇਟੀ ਤੇ ਸਟ੍ਰੈਸ ਨਹੀਂ ਲੈਣਾ, ਜਿਹੜਾ ਉਹ ਚੀਜ਼ ਬਹੁਤ ਜ਼ਰੂਰੀ ਹੈਗੀ ਆ। ਬਹੁਤ ਮਿਹਰਬਾਨੀ, ਥੈਂਕ ਯੂ। ਦੋਸਤੋ, ਅਸੀਂ ਡਾਕਟਰ ਜੋਤਿਕਾ ਜੱਜ ਦੇ ਨਾਲ ਗੱਲਬਾਤ ਕੀਤੀ। ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਪੰਜਾਬ ਤੋਂ ਮਾਹਰ ਇੱਧਰ ਕਦੇ ਵਿਜ਼ਿਟ ਕਰਨੇ ਆਉਂਦੇ ਆ, ਉਹਨਾਂ ਦੀ ਤੁਹਾਡੇ ਨਾਲ ਸਿੱਧੀ ਗੱਲ ਕਰਵਾਈਏ, ਤਾਂ ਕਿ ਉੱਥੋਂ ਦੇ ਇਸ ਵੇਲੇ ਜਿਹੜਾ ਸਿਨੈਰੀਓ ਦੇ ਵਿੱਚ ਕੀ ਹੋ ਰਿਹਾ, ਕਿਸ ਤਰ੍ਹਾਂ ਉੱਥੋਂ ਦੇ ਮਾਹਰ ਸੋਚਦੇ ਆ, ਤੁਹਾਨੂੰ ਉਹਦੀ ਸਿੱਧੀ ਜਾਣਕਾਰੀ ਹੋ ਸਕੇ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।